कि कोई साडे प्यो नूं कोई साडे शहीदां नूं कोई गालां कढूगा ते असीं उस मौके ਦੇ ਉੱਤੇ ਜੇ ਜਵਾਬ ਨਾ ਦੇਵਾਂਗੇ ਤੇ ਚੁੱਪ ਕਰਕੇ ਬਹਿ ਜਾਾਂਗੇ। ਇਹ ਸਿੱਖਾਂ ਦੇ ਖੂਨ 'ਚ ਨਹੀਂ ਹੈਗਾ, ਨਾ ਸਿੱਖਾਂ ਦੇ ਇਤਿਹਾਸ 'ਚ, ਨਾ ਸਿੱਖਾਂ ਦਾ ਸਿਧਾਂਤ ਇੱਦਾਂ ਦਾ। ਜਿੱਦਣ ਸਿੱਖ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੇ ਨੇ, ਜਿੱਦਣ ਸਿੱਖ ਆਪਣੇ ਨਿਸ਼ਾਨ ਸਾਹਿਬ ਹੇਠ ਲੜਨ ਦੀ ਗੱਲ ਕਰਦੇ ਨੇ, ਜਿੱਦਣ ਸਿੱਖ ਆਪਣੇ ਧਰਮ ਦੀ ਆਪਣੇ ਸ਼ਹੀਦਾਂ ਦੀ ਗੱਲ ਕਰਦੇ ਨੇ, ਉਦੋਂ ਇਹ ਸਾਨੂੰ ਬਰਾਬਰ ਦਾ ਦੋਸ਼ੀ ਕਿਉਂ ਬਣਾਉਂਦੇ ਆ? ਕਿਉਂਕਿ ਇਹਨਾਂ ਦਾ ਸਾਰਾ ਕਾਰੋਬਾਰ ਇਸ ਗੱਲ ਦੇ ਉੱਤੇ ਚੱਲਦਾ ਵੀ ਅਸੀਂ ਦੁਨੀਆ ਦੇ ਉੱਤੇ ਜਿਹੜਾ ਨਾ ਸਾਰਿਆਂ ਨੂੰ ਇਨਸਾਫ ਦਿਵਾਉਣ ਦਾ ਠੇਕਾ ਲਿਆ। ਪਹਿਲੀ ਤੇ ਗੱਲ ਇਹ ਹੈ ਵੀ ਖਾਲਿਸਤਾਨ ਦੇ ਵਿਰੁੱਧ ਮਾਰਚ ਕੱਢਣ ਦਾ ਉਹਨਾਂ ਦਾ ਕੰਮ ਕੀ ਹੈ? ਕਦੇ ਸਿੱਖਾਂ ਦੀ ਕਿਸੇ ਸੰਸਥਾ ਨੇ ਹਿੰਦੂ ਰਾਸ਼ਟਰ ਦੇ ਵਿਰੁੱਧ ਮਾਰਚ ਕੱਢਿਆ? ਅਸਕਰ ਸੋਸ਼ਲਿਸਟ ਖੱਬੇ ਪੱਖੀ ਲੋਕ ਨੇ ਕਾਮਰੇਡ, ਇਹਨਾਂ ਦੀ ਕੀ ਧਾਰਨਾ ਹੈ ਵੀ ਸਿੱਖ ਪਰਫੈਕਟ ਵਿਕਟਮ ਬਣ ਜਾਣ, ਭਾਵ ਪਰਫੈਕਟ ਮਜਲੂਮ ਬਣਨ, ਵੀ ਇਹ ਛਿੱਤਰ ਖਾਣ, ਕੋਈ ਕੁਝ ਨਾ ਬੋਲਣ ਅੱਗਿਓਂ, ਇਹ ਆਪਣੇ ਇਤਿਹਾਸ ਤੋਂ ਕੋਈ ਛੇਦ ਨਾ ਲੈਣ, ਇਹ ਆਪਣੇ ਇਤਿਹਾਸ ਦੀ ਆਪਣੇ ਧਰਮ ਦੀ ਕੋਈ ਗੱਲ ਨਾ ਕਰਨ, ਚੁੱਪ ਕਰਕੇ ਕੁੱਟ ਖਾਈ ਜਾਣ। ਕੱਲੇ ਸਿੱਖਾਂ ਨੇ ਇਸ ਦੇ ਉੱਤੇ ਦਾਅਵਾ ਕੀਤਾ ਸੀ ਵੀ ਪੰਜਾਬੀ ਜਿਹੜਾ ਸੂਬਾ ਹੈ ਉਹ ਸੂਬਾ ਅਸੀਂ ਲੈਣਾ ਹੈ, ਕਿਉਂਕਿ ਸਿੱਖਾਂ ਦੀ ਤਰਜਮਾਨੀ ਕਰਦਾ, ਪੰਜਾਬ ਦੀ ਤਰਜਮਾਨੀ ਕਰਦਾ ਇੱਕ ਸੂਬਾ ਹੋਣਾ ਚਾਹੀਦਾ ਜਿੱਥੇ ਸਾਨੂੰ ਧਾਰਮਿਕ ਆਜ਼ਾਦੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਗੱਲਬਾਤ ਦਾ ਵਿਸ਼ਾ ਹੈ ਉਹ ਪਟਿਆਲੇ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਥੋੜ੍ਹੀ ਬਹੁਤੀ ਗੱਲਬਾਤ ਕਰਨੀ ਹੈ ਅਤੇ ਜਥੇਬੰਦੀ ਦਾ ਉਹਦੇ 'ਤੇ ਕੀ ਫੈਸਲਾ ਉਹਦੇ ਬਾਰੇ ਗੱਲਬਾਤ ਕਰਾਂਗੇ। ਦੇਖੋ, ਜਿਹੜੀ ਵੀ ਗੱਲਬਾਤ ਵਾਪਰੀ ਹੈ ਕੱਲ੍ਹ ਪਟਿਆਲੇ ਦੇ ਵਿੱਚ, ਅਤੇ ਉਹਨੂੰ ਜਾਣਨ ਲਈ ਆਪਾਂ ਨੂੰ ਥੋੜ੍ਹਾ ਜਿਹਾ ਪਿੱਛੇ ਜਾਣਾ ਪੈਣਾ ਹੈ ਵੀ ਇਹ ਕਿਉਂ ਵਾਪਰਦਾ ਹਰ ਵਾਰੀ ਕਿਉਂ ਜਦੋਂ ਸਿੱਖਾਂ ਨੂੰ ਕੋਈ ਵੰਗਾਰਦਾ ਅਤੇ ਉਦੋਂ ਕੋਈ ਨਹੀਂ ਬੋਲਦਾ, ਅਤੇ ਜਦੋਂ ਸਿੱਖ ਅੱਗਿਓਂ ਜਵਾਬ ਦਿੰਦੇ ਨੇ ਅਤੇ ਉਦੋਂ ਸਾਰੀਆਂ ਧਿਰਾਂ ਸਿੱਖਾਂ ਦੇ ਖਿਲਾਫ ਜਿਹੜੀਆਂ ਨੇ ਖੜੀਆਂ ਹੋ ਜਾਂਦੀਆਂ। ਇਹ ਸਿਲਸਿਲਾ ਅੱਜ ਦਾ ਨਹੀਂ ਚੱਲ ਰਿਹਾ, ਬਹੁਤ ਲੰਬੇ ਸਮੇਂ ਤੋਂ ਆਪਾਂ ਵੇਖਦੇ ਆ ਰਹੇ ਹਾਂ ਵੀ ਕਦੇ ਕੋਈ ਸੂਰੀ ਵਰਗਾ ਅਤੇ ਕਦੇ ਕੋਈ ਸ਼ਿਵ ਸੈਨਾ ਦਾ ਲੀਡਰ, ਕਦੇ ਕਿਸੇ ਹੋਰ ਹਿੰਦੂ ਸੰਗਠਨ ਦਾ ਲੀਡਰ ਉੱਠਦਾ, ਉਹ ਸਿੱਖਾਂ ਨੂੰ ਧਮਕੀਆਂ ਦੇਣ ਲੱਗ ਪੈਂਦਾ ਵੀ ਅਸੀਂ ਇੱਦਾਂ ਕਰਾਂਗੇ ਇੱਦਾਂ ਕਰਾਂਗੇ। ਉਸ ਤੋਂ ਬਾਅਦ 'ਚ ਜਦੋਂ ਲੰਮਾ ਸਮਾਂ ਉਹ ਬਿਆਨ ਦਿੰਦੇ ਨੇ ਵੀ ਅਸੀਂ ਮਾਰਚ ਕੱਢਣੇ ਨੇ, ਆਹ ਕਰਨਾ ਹੈ, ਪੁਤਲੇ ਫੂਕਣੇ ਨੇ ਸ਼ਹੀਦਾਂ ਸਿੰਘਾਂ ਦੇ, ਅਤੇ ਜਦੋਂ ਉਸ ਮੌਕੇ ਦੇ ਉੱਤੇ ਸਾਰੀਆਂ ਧਿਰਾਂ ਚੁੱਪ ਹੁੰਦੀਆਂ, ਚਾਹੇ ਉਹ ਕਾਮਰੇਡ ਨੇ ਚਾਹੇ ਖੱਬੇ ਪੱਖੀ ਨੇ, ਇਹਨਾਂ ਨੂੰ ਪਤਾ ਹੈ ਵੀ ਜਿਹੜਾ ਵਾ ਇਹਦੇ ਨਾਲ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭੰਗ ਹੋਊਗੀ, ਵੀ ਕੋਈ ਸਾਡੇ ਪਿਓ ਨੂੰ ਕੋਈ ਸਾਡੇ ਸ਼ਹੀਦਾਂ ਨੂੰ ਕੋਈ ਗਾਲਾਂ ਕੱਢੂਗਾ ਅਤੇ ਅਸੀਂ ਉਸ ਮੌਕੇ ਦੇ ਉੱਤੇ ਜੇ ਜਵਾਬ ਨਾ ਦੇਵਾਂਗੇ ਤੇ ਚੁੱਪ ਕਰਕੇ ਬਹਿ ਜਾਾਂਗੇ। ਇਹ ਸਿੱਖਾਂ ਦੇ ਖੂਨ 'ਚ ਨਹੀਂ ਹੈਗਾ, ਨਾ ਸਿੱਖਾਂ ਦੇ ਇਤਿਹਾਸ 'ਚ, ਨਾ ਸਿੱਖਾਂ ਦਾ ਸਿਧਾਂਤ ਇੱਦਾਂ ਦਾ। ਪਰ ਜਦੋਂ ਸਿੱਖ ਜਵਾਬ ਦਿੰਦੇ ਨੇ ਅੱਗਿਓਂ, ਫਿਰ ਇਹ ਦੋਵਾਂ ਧਿਰਾਂ ਨੂੰ ਬਰਾਬਰ ਦੋਸ਼ੀ ਬਣਾ ਕੇ ਪੇਸ਼ ਕਰ ਦਿੰਦੇ ਨੇ, ਜਿਹੜਾ ਕੁਛ ਇਹਨਾਂ ਨੇ ਕੱਲ੍ਹ ਵਾਲੀ ਘਟਨਾ 'ਚ ਕੀਤਾ। 10 ਦਿਨ ਤੋਂ ਜਿਹੜਾ ਉਹ ਸਿੰਗਲਾ ਲੀਡਰ ਹੈ ਇਹਨਾਂ ਦਾ, ਉਹ ਸਿੱਖਾਂ ਨੂੰ ਵੰਗਾਰ ਰਿਹਾ ਵੀ ਅਸੀਂ ਖਾਲਿਸਤਾਨ ਦੇ ਵਿਰੁੱਧ ਮਾਰਚ ਕੱਢਾਂਗੇ। ਪਹਿਲੀ ਤਾਂ ਗੱਲ ਇਹ ਹੈ ਵੀ ਖਾਲਿਸਤਾਨ ਦੇ ਵਿਰੁੱਧ ਮਾਰਚ ਕੱਢਣ ਦਾ ਉਹਨਾਂ ਦਾ ਕੰਮ ਕੀ ਹੈ? ਕਦੇ ਸਿੱਖਾਂ ਦੀ ਕਿਸੇ ਸੰਸਥਾ ਨੇ ਹਿੰਦੂ ਰਾਸ਼ਟਰ ਦੇ ਵਿਰੁੱਧ ਮਾਰਚ ਕੱਢਿਆ ਜਾਂ ਭਾਰਤ ਦੇ ਵਿਰੁੱਧ ਮਾਰਚ ਕੱਢਿਆ ਜਿਹੜਾ ਹਿੰਦੂਆਂ ਦਾ ਦੇਸ਼ ਹੈ? ਜਦੋਂ ਅਸੀਂ ਕਿਸੇ ਦੇ ਵਿਰੁੱਧ ਮਾਰਚ ਨਹੀਂ ਕੱਢਿਆ ਅਜੇ ਤੱਕ, ਅਤੇ ਫਿਰ ਕਿਸੇ ਦਾ ਸਾਡੇ ਦੇਸ਼ ਦੇ ਵਿਰੁੱਧ ਮਾਰਚ ਕੱਢਣਾ ਜਿਹੜਾ ਵਾ ਉਹ ਕਿੰਨਾ ਕੁ ਜਾਇਜ਼ ਹੈ? ਫਿਰ ਜਿਹੜੇ ਸੰਵਿਧਾਨ ਦੀ ਦੁਹਾਈ ਪਾਉਂਦੇ ਨੇ ਵੀ ਸੰਵਿਧਾਨ ਦੇ ਵਿੱਚ ਅਸੀਂ ਸੰਵਿਧਾਨ ਨੂੰ ਮੰਨਦੇ ਹਾਂ, ਉਸ ਸੰਵਿਧਾਨ ਦੇ ਵਿੱਚ ਜਦੋਂ ਇਹ ਗੱਲ ਹੈਗੀ ਆ ਵੀ ਫਰੀਡਮ ਆਫ ਐਕਸਪ੍ਰੈਸ਼ਨ ਜਿਹੜਾ ਹੈ, ਸੋਵਰਨਟੀ ਦਾ ਜਿਹੜਾ ਆਈਡੀਆ ਹੈ ਸਾਡਾ ਰਾਜ ਦਾ, ਉਹਨੂੰ ਐਕਸਪ੍ਰੈਸ ਕਰਨਾ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਕ੍ਰਾਈਮ ਨਹੀਂ ਹੈਗਾ। ਜੇ ਕੋਈ ਕ੍ਰਾਈਮ ਨਹੀਂ ਅਤੇ ਫਿਰ ਉਸ ਆਈਡੀਏ ਦੇ ਖਿਲਾਫ ਜਾ ਕੇ ਜਦੋਂ ਇਹ ਮਾਰਚ ਕੱਢਦੇ ਨੇ, ਕਦੇ ਕੁਛ ਕਰਦੇ ਨੇ ਕਦੇ ਕੁਛ ਕਰਦੇ ਨੇ, ਇਹਨਾਂ ਨੂੰ ਨੱਥ ਪਾਉਣ ਦਾ ਫਰਜ਼ ਕਿਹਦਾ? ਇਹਨਾਂ ਨੂੰ ਨੱਥ ਪਾਉਣ ਦਾ ਫਰਜ਼ ਸਰਕਾਰ ਦਾ। ਇਹਨਾਂ ਨੂੰ ਨੱਥ ਪਾਉਣ ਦਾ ਫਰਜ਼ ਜਿਹੜਾ ਵਾ ਉਹਨਾਂ ਏਜੰਸੀਆਂ ਦਾ ਹੈ, ਜਿਨ੍ਹਾਂ ਏਜੰਸੀਆਂ ਨੂੰ ਪਤਾ ਹੁੰਦਾ ਵੀ ਇਹਦੇ ਨਤੀਜੇ ਕੀ ਨਿਕਲਣੇ ਆ। ਹੁਣ 10 ਦਿਨਾਂ ਤੋਂ ਇਹ ਖੇਡ ਚੱਲ ਰਹੀ ਹੈ, ਇਹ ਉੱਥੇ ਲਾਈਵ ਹੋ ਕੇ ਕਹਿ ਰਿਹਾ ਬੰਦਾ ਵੀ ਮੈਂ ਇੱਦਾਂ ਕਰ ਦੂੰਗਾ, ਮੈਂ ਫਲਾਣੇ ਦਾ ਪੁਤਲਾ ਫੂਕੂੰਗਾ, ਮੈਂ ਉਹਦਾ ਪੁਤਲਾ ਫੂਕੂੰਗਾ। ਅਤੇ ਇਹ ਸਿੱਖ ਜਥੇਬੰਦੀਆਂ ਨੇ ਅੱਗਿਓਂ ਕਿਹਾ ਵੀ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਵੀ ਮਾਰਚ ਨੂੰ ਰੋਕਿਆ ਜਾਵੇ। ਸਰਕਾਰਾਂ ਦੇ ਕੰਨ 'ਤੇ ਕੋਈ ਜੂੰ ਨਹੀਂ ਸਰਕਦੀ ਜਦੋਂ ਇਹ ਕਲੈਸ਼ ਹੁੰਦਾ ਹੈ। ਹੁਣ ਜਦੋਂ ਸਿੱਖ ਉੱਥੇ ਗਏ ਨੇ ਅਤੇ ਅੱਗਿਓਂ ਉਹਨਾਂ ਨੇ ਪਹਿਲਾਂ ਪੱਥਰਬਾਜ਼ੀ ਕੀਤੀ ਹੈ, ਗੋਲੀਆਂ ਚਲਾਈਆਂ ਨੇ, ਇੱਕ ਸਿੰਘ ਦੇ ਗੋਲੀ ਵੀ ਵੱਜੀ ਹੈ। ਹੈਰਾਨੀ ਦੀ ਗੱਲ ਇਹ ਆ ਵੀ ਪ੍ਰਵੋਕ ਕਰਨ ਵਾਲੀ ਧਿਰ ਜਿਹੜੀ ਸਾਨੂੰ ਪ੍ਰਵੋਕ ਕਰਦੀ ਹੈ, ਉਹਨਾਂ ਦੇ ਬੰਦੇ ਸਾਡੇ 'ਤੇ ਹਮਲਾ ਕਰਦੇ ਨੇ, ਸਾਡੇ ਇੱਕ ਸਿੰਘ 'ਤੇ ਗੋਲੀ ਵੀ ਲੱਗ ਜਾਂਦੀ ਹੈ, ਅਤੇ ਉਹਦੇ ਬਾਵਜੂਦ ਦੋਵਾਂ ਧਿਰਾਂ ਨੂੰ ਬਰਾਬਰ ਦਾ ਦੋਸ਼ੀ ਬਣਾ ਕੇ ਇੱਥੇ ਪੇਸ਼ ਕੀਤਾ ਜਾਂਦਾ ਵੀ ਦੋਵਾਂ ਦੀ ਗਲਤੀ ਹੈ। ਜਿਹੜਾ ਖੱਬੇ ਪੱਖੀ ਲਾਣਾ ਹੈ, ਕਾਮਰੇਡ ਦੂਜੇ ਤੀਜੇ ਸਾਰੇ, ਇਹ ਸਾਰੇ ਦਾ ਸਾਰਾ ਲਾਣਾ ਇਹ ਗੱਲ ਕਹਿ ਰਿਹਾ ਹੈ ਵੀ ਦੋਵਾਂ ਨੂੰ ਫੜ ਕੇ ਅੰਦਰ ਦੇ ਦਿਓ, ਪਰਵਾਨੇ ਨੂੰ ਦੇ ਦਿਓ ਅੰਦਰ, ਸਿੰਗਲੇ ਨੂੰ ਦੇ ਦਿਓ, ਹੋਰ ਨੌਜਵਾਨਾਂ ਦੇ ਨਾਂ ਲਈ ਜਾਂਦੇ ਨੇ। ਪਹਿਲੀ ਗੱਲ ਤਾਂ ਪਰਵਾਨੇ ਨਾਲ ਸਾਡੇ 100 ਮਤਭੇਦ ਹੋ ਸਕਦੇ ਨੇ, ਪਰ ਇਹ ਸਵਾਲ ਇਹ ਹੈ
ਵੀ ਜਿਹੜੀ ਵਾਇਲੈਂਸ ਹੈ ਜਾਂ ਜਿਹੜੀ ਇਹ ਵੰਗਾਰ ਹੈ ਇਹ ਪਹਿਲਾਂ ਪਾਈ ਕਿੰਨੇ ਹੈ। ਜੇ ਤੁਸੀਂ ਅਦਾਲਤ 'ਚ ਜਾਂਦੇ ਜੋ, ਉੱਥੇ ਦੋ ਧਿਰਾਂ ਜਾਂਦੀਆਂ ਨੇ ਵੀ ਕੋਈ ਉਹਨਾਂ ਦੇ ਆਪਸੀ ਝਗੜਾ ਹੁੰਦਾ ਤੇ ਜੱਜ ਉੱਥੇ ਪੁੱਛਦਾ ਹੈ ਵੀ ਇਹ ਝਗੜੇ ਦੀ ਸ਼ੁਰੂਆਤ ਕਿੱਦਾਂ ਹੋਈ, ਕਿਹਨੇ ਕੀਤੀ ਹੈ। ਵਕੀਲ ਦਲੀਲਾਂ ਦਿੰਦੇ ਨੇ ਵੀ ਆਹ ਬੰਦੇ ਨੇ ਸ਼ੁਰੂਆਤ ਕੀਤੀ ਹੈ, ਇਹਨੇ ਜਵਾਬੀ ਕਾਰਵਾਈ 'ਚ ਆ ਕੰਮ ਕੀਤਾ। ਹੁਣ ਜਿਹੜੇ ਬੰਦੇ ਨੇ ਸ਼ੁਰੂਆਤ ਕੀਤੀ ਹੈ ਤੇ ਜਿਹਨੇ ਜਵਾਬੀ ਕਾਰਵਾਈ 'ਚ ਕੰਮ ਕੀਤਾ, ਜੱਜ ਇਹ ਥੋੜ੍ਹੀ ਕਹੂਗਾ ਵੀ ਦੋਵਾਂ ਨੂੰ ਬਰਾਬਰ ਦੇ ਦੋਸ਼ੀ ਐਲਾਨ ਦਿਓ। ਸੈਲਫ ਡਿਫੈਂਸ ਇੱਕ ਹੋਰ ਚੀਜ਼ ਹੁੰਦੀ ਹੈ, ਅਫੈਂਸ ਹੋਰ ਚੀਜ਼ ਹੁੰਦੀ ਹੈ। ਸੋ ਇਹ ਜਿਹੜਾ ਸਾਰਾ ਕੰਮ ਹੋ ਰਿਹਾ ਹੈ, ਜਿਹੜਾ ਪੰਜਾਬ ਦਾ ਮੀਡੀਆ ਵੀ ਇਹਦੇ 'ਚ ਰੋਲ ਪਲੇ ਕਰ ਰਿਹਾ ਹੈ। ਸਪੋਕਸਮੈਨ ਵਰਗੀਆਂ ਅਖਬਾਰਾਂ ਜਿਹੜੀਆਂ ਨੇ ਸਿੱਖ ਵਿਰੋਧੀ, ਉਹਨਾਂ ਨੇ ਸਹੁੰ ਖਾ ਲਈ ਹੈ, ਉਹਨਾਂ 'ਚ ਲਾਲੇ ਜਗਤ ਨਾਰਾਇਣ ਦੀ ਰੂਹ ਆ ਗਈ ਹੈ ਕਿਤੇ ਸ਼ਾਇਦ। ਉਹਨਾਂ ਨੇ ਸਹੁੰ ਖਾ ਲਈ ਹੈ ਵੀ ਸਿੱਖਾਂ ਦੇ ਵਿਰੋਧ 'ਚ ਭੁਗਤਣਾ ਹੈ, ਚਾਹੇ ਕੁਝ ਵੀ ਹੋ ਜਾਏ, ਚਾਹੇ ਉਹਨਾਂ ਨੂੰ ਇਹ ਸਰਕਾਰ ਦੇ ਹੱਕ 'ਚ ਤੇ ਸਿੱਖਾਂ ਦੇ ਵਿਰੋਧ 'ਚ ਭੁਗਤਣਾ ਹੈ, ਤੇ ਸਿੱਖਾਂ ਦੇ ਪੈਸੇ ਤੋਂ ਬਣੀਆਂ ਹੋਈਆਂ ਅਖਬਾਰਾਂ ਨੇ। ਹੁਣ ਇਹਦੇ 'ਚ ਜਿਹੜਾ ਕੱਲ ਸਾਰੀ ਘਟਨਾ ਤੋਂ ਬਾਅਦ 'ਚ ਇੱਕ ਨੌਜਵਾਨ ਜਥੇਬੰਦੀ ਦੇ ਵਾਰਸ ਪੰਜਾਬ ਦੇ ਗੁਰਸੇਵਕ ਸਿੰਘ ਭਾਣਾ ਜਿਹੜੇ ਨੇ, ਉਹਨਾਂ ਦੇ ਉੱਤੇ ਬਾਈ ਨੇਮ ਪਰਚਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਬਾਈ ਨੇਮ ਪਰਚਾ ਉਹਨਾਂ ਦੇ ਤਾਂ ਹੋਵੇ, ਵੀਡੀਓ ਦੇ ਵਿੱਚ ਕਲੀਅਰ ਦਿਖ ਰਿਹਾ ਵੀ ਪਹਿਲਾਂ ਭਾਈ ਭਾਣੇ ਦੇ ਉੱਪਰ ਉਹ ਭੱਜਾ ਆ ਬੰਦਾ, ਉਹਨੇ ਹਮਲਾ ਕੀਤਾ, ਕਰਨ ਦੀ ਕੋਸ਼ਿਸ਼ ਕੀਤੀ ਤੇ ਸੈਲਫ ਡਿਫੈਂਸ ਦੇ ਵਿੱਚ ਭਾਈ ਭਾਣੇ ਨੇ ਉਹਦੇ ਤੇ ਵਾਰ ਕੀਤਾ ਤੇ ਉਹਦੇ 'ਚ ਵੀ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ। ਹੁਣ ਇੰਨੀ ਗੱਲ ਨੂੰ ਲੈ ਕੇ 307 ਦਾ ਪਰਚਾ ਬਣਾ ਦੇਣਾ ਕਿਸੇ ਦੇ ਉੱਤੇ, ਇਹ ਗੱਲ ਕਹਿਣੀ ਉਹਨਾਂ ਦੇ ਧਰਨੇ ਦੇ ਵਿੱਚ ਜਾ ਕੇ, ਹਿੰਦੂਆਂ ਦੇ ਧਰਨੇ ਦੇ ਵਿੱਚ, ਵੀ ਅਸੀਂ 307 ਦਾ ਪਰਚਾ ਕਰਾਂਗੇ। ਸੋ ਇਹ ਜਿਹੜਾ ਸਾਰਾ ਮਸਲਾ ਹੈ, ਇਹਦੇ 'ਚ ਆਪਾਂ ਨੂੰ ਇਹ ਗੱਲ ਵੇਖਣ ਦੀ ਜ਼ਰੂਰਤ ਹੈ ਵੀ ਸਾਡੀ ਪੋਜੀਸ਼ਨ ਕੀ ਹੈ। ਜਿਹੜੀ ਗੱਲ ਰਾਜ ਭਾਗ ਦੀ ਗੱਲ ਹੈ, ਜਿਹੜੀ ਗੱਲ ਸਾਡੀ ਹੋਂਦ ਦੀ ਗੱਲ ਹੈ, ਸਾਡੀ ਹਸਤੀ ਦੀ ਗੱਲ ਹੈ, ਜਿਹੜੀ ਗੱਲ ਬਾਈ ਦੀਪ ਕਰਦਾ ਸੀ ਵੀ ਸਾਡਾ ਆਈਡੀਆ ਸੋਵਰਨਟੀ ਦਾ, ਜਿਹੜਾ ਖਾਲਿਸਤਾਨ ਦਾ ਮਸਲਾ ਹੈ, ਇਹ ਕੋਈ ਕ੍ਰਿਮੀਨਲ ਐਕਟ ਨਹੀਂ ਹੈਗਾ ਕਿਸੇ ਵੀ ਕਿਸਮ ਦਾ। ਇਹਦੀ ਮੰਗ ਕਰਨੀ, ਇਹਦੇ ਲਈ ਸੰਘਰਸ਼ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ ਵੀ ਜਿਹੜਾ ਅਸੀਂ ਹਰ ਮੌਕੇ ਦੇ ਉੱਤੇ ਗਿਲਟ ਲਈ ਜਾਈਏ ਤੇ ਹੀਣਤਾ ਮਹਿਸੂਸ ਕਰੀ ਜਾਈਏ ਵੀ ਜਿਹੜਾ ਬੰਦਾ ਖਾਲਿਸਤਾਨ ਦੀ ਗੱਲ ਕਰਦਾ ਉਹਦੇ ਨਾਲ ਅਸੀਂ ਆਪ ਹੀ ਵਿਤਕਰਾ ਕਰਨ ਲੱਗ ਪਈਏ। ਸੋ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਇੱਕ ਤੇ ਜਿਹੜਾ ਲੈਫਟ ਦਾ ਖੱਬੇ ਪੱਖੀ ਧਿਰਾਂ ਨੇ, ਚਾਹੇ ਉਹਨਾਂ 'ਚ ਰਾਸ਼ਟਰਵਾਦੀ ਮਿਸ਼ਨਰੀ ਨੇ, ਚਾਹੇ ਉਹਨਾਂ 'ਚ ਕਾਮਰੇਡ ਨੇ, ਚਾਹੇ ਉਹਨਾਂ 'ਚ ਹੋਰ ਧਿਰਾਂ ਨੇ ਜਿਹੜੀਆਂ, ਉਹ ਕੀ ਕਰਦੀਆਂ ਨੇ ਵੀ ਪਹਿਲਾਂ ਜਦੋਂ ਸਿੱਖਾਂ ਨੂੰ ਵੰਗਾਰਿਆ ਜਾਂਦਾ ਉਦੋਂ ਉਹ ਚੁੱਪ ਰਹਿੰਦੀਆਂ ਨੇ, ਬਿਲਕੁਲ ਕੋਈ ਨਹੀਂ ਬੋਲਦਾ। ਉਦੋਂ ਇਹ ਨਹੀਂ ਕਹਿੰਦੀਆਂ ਵੀ ਨਹੀਂ ਭਾਈ ਸਿੱਖਾਂ ਨੂੰ ਨਾ ਵੰਗਾਰੋ, ਪੰਜਾਬ ਦੀ ਅਮਨ ਸ਼ਾਂਤੀ, ਉਦੋਂ ਇਹਨਾਂ ਨੂੰ ਨਹੀਂ ਲੱਗਦਾ ਵੀ ਭੰਗ ਹੋਊਗੀ। ਜਦੋਂ ਸਿੱਖ ਜਵਾਬੀ ਕਾਰਵਾਈ ਕਰਦੇ ਨੇ ਉਦੋਂ ਇਹ ਧਿਰਾਂ ਐਕਟੀਵੇਟ ਹੋ ਜਾਂਦੀਆਂ ਨੇ ਤੇ ਫਿਰ ਦੋਵਾਂ ਧਿਰਾਂ ਦਾ ਦੋਸ਼ ਕੱਢ ਦਿੰਦੀਆਂ ਨੇ ਵੀ ਹਾਂਜੀ ਦੋਵਾਂ 'ਚ ਕਸੂਰ ਹੈ ਬਰਾਬਰ ਦਾ। ਸਿੱਖ 47 ਤੋਂ ਬਾਅਦ 'ਚ ਇੱਥੇ ਸਿੱਖਾਂ ਨੂੰ ਕਿਹੜੇ ਅਹੁਦੇ ਤਬਕੇ ਜਿਹੜੇ ਨਹੀਂ ਮਿਲੇ ਮੈਡਲ, ਕਦੇ ਜਰਾਇਮ ਪੇਸ਼ਾ ਕੌਮ ਦਾ, ਇਹ ਉਹੀ ਪੰਜਾਬ ਹੈ ਜਿਹਦੀ ਸ਼ਾਂਤੀ ਦੀ ਅੱਜ ਫਿਕਰ ਖੱਬੇ ਪੱਖੀਆਂ ਨੂੰ ਹੋ ਗਈ ਹੈ ਨਾ, ਜਾਂ ਜਿਹੜੀਆਂ ਸ਼ਿਵ ਸੈਨਾ ਵਰਗੀਆਂ ਧਿਰਾਂ ਨੂੰ ਹੋ ਗਈ ਹੈ। ਉਹੀ ਪੰਜਾਬੀ ਸੂਬਾ ਵਾ ਜਿਹੜੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਖਿਲਾਫ ਸੀ ਸਾਰੇ ਲੋਕ। ਕੱਲੇ ਸਿੱਖਾਂ ਨੇ ਇਸ ਦੇ ਉੱਤੇ ਦਾਅਵਾ ਕੀਤਾ ਸੀ ਵੀ ਪੰਜਾਬੀ ਜਿਹੜਾ ਸੂਬਾ ਹੈ ਉਹ ਸੂਬਾ ਅਸੀਂ ਲੈਣਾ ਹੈ, ਕਿਉਂਕਿ ਸਿੱਖਾਂ ਦੀ ਤਰਜਮਾਨੀ ਕਰਦਾ, ਪੰਜਾਬ ਦੀ ਤਰਜਮਾਨੀ ਕਰਦਾ ਇੱਕ ਸੂਬਾ ਹੋਣਾ ਚਾਹੀਦਾ ਜਿੱਥੇ ਸਾਨੂੰ ਧਾਰਮਿਕ ਆਜ਼ਾਦੀ ਹੋਵੇ। ਉਦੋਂ ਇਹ ਸਾਰੀਆਂ ਧਿਰਾਂ ਕਹਿੰਦੀਆਂ ਸੀ, ਕੋਈ ਕਹਿੰਦਾ ਸੀ ਸਾਡੀ ਮਾਂ ਬੋਲੀ ਹਿੰਦੀ ਹੈ, ਕੋਈ ਕਹਿੰਦਾ ਸੀ ਵੀ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਕਰਕੇ ਹੀ ਕਾਕਾ ਇੰਦਰਜੀਤ ਸਿੰਘ 9 ਸਾਲ ਦਾ ਭਜੰਗੀ ਸੀ ਜਿਹਨੂੰ ਵੱਢ ਕੇ ਤੇ ਖੂਹ 'ਚ ਇਹਨਾਂ ਨੇ ਸੁੱਟ ਦਿੱਤਾ ਸੀ। ਸੋ ਅੱਜ ਉਹਨਾਂ ਬੰਦਿਆਂ ਨੂੰ ਕਾਹਦੀ ਫਿਕਰ ਹੋ ਸਕਦੀ ਪੰਜਾਬ ਦੀ ਅਮਨ ਸ਼ਾਂਤੀ ਦੀ? ਜਿਹੜੇ ਬੰਦੇ ਕਿਸੇ ਮੌਕੇ ਦੇ ਉੱਤੇ ਪੰਜਾਬੀ ਸੂਬਾ ਦੀ ਹੋਂਦ ਤੋਂ ਇਨਕਾਰੀ ਸਨ, ਅੱਜ ਉਹ ਬੰਦੇ ਕਹਿ ਰਹੇ ਨੇ ਵੀ ਸਾਨੂੰ ਪੰਜਾਬ ਦੀ ਬੜੀ ਫਿਕਰ ਹੈ, ਸਾਨੂੰ ਪੰਜਾਬ ਦੀ ਅਮਨ ਸ਼ਾਂਤੀ ਦੀ ਫਿਕਰ ਹੈ। ਜੇ ਤੁਹਾਨੂੰ ਪੰਜਾਬ ਦੀ ਅਮਨ ਸ਼ਾਂਤੀ ਦੀ ਫਿਕਰ ਹੈ ਤੇ ਫਿਰ ਤੁਸੀਂ ਜਦੋਂ ਇਹ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਦੇ ਨੇ, ਇਹ ਲੋਕ ਵੰਗਾਰਦੇ ਨੇ ਸਿੱਖਾਂ ਨੂੰ, ਸਿੱਖਾਂ ਦੇ ਰਾਜ, ਹੁਣ ਰਾਜ ਦੀ ਗੱਲ ਤੁਸੀਂ ਕਹਿੰਦੇ ਜੋ ਵੀ ਸਿੱਖ ਨਾ ਕਰਨ। 2 ਵਾਰੀ ਅਰਦਾਸ ਸਿੱਖ ਪੜ੍ਹਦੇ ਨੇ, ਰਾਜ ਕਰੇਗਾ ਖਾਲਸਾ ਅਕੀ ਰਹੇ ਨਾ ਕੋਈ ਹੈ, ਰਾਜ ਬਿਨਾ ਨਹ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ। ਹੁਣ ਇੰਨੇ ਮਹਾਰਾਜ ਦੇ ਹੁਕਮ ਨੇ ਰਾਜ ਦੇ ਪ੍ਰਤੀ ਤੇ ਤੁਸੀਂ ਕਹਿੰਦੇ ਜੋ ਵੀ ਸਿੱਖ ਰਾਜ ਦਾ ਆਈਡੀਆ ਵੀ ਛੱਡ ਦੇਣ, ਉਹਦੀ ਗੱਲ ਕਰਨੀ ਵੀ ਛੱਡ ਦੇਣ ਤੇ ਗੁਲਾਮੀ ਭੋਗੀ ਜਾਣ। ਜਿਨ੍ਹਾਂ ਨੂੰ ਅਮਨ ਸ਼ਾਂਤੀ ਲੱਗਦੀ ਹੈ ਵੀ ਪੰਜਾਬ ਦੇ ਵਿੱਚ ਜੀ ਬੜੀ ਔਖੀ ਅਮਨ ਸ਼ਾਂਤੀ ਆਈ ਹੈ, ਉਹਨਾਂ ਨੂੰ ਸਵਾਲ ਸਾਡਾ ਇਹ ਹੈ ਵੀ ਅਮਨ ਸ਼ਾਂਤੀ ਕਦੋਂ ਆਈ ਹੈ ਪੰਜਾਬ ਦੇ ਵਿੱਚ? ਤੁਸੀਂ ਇੱਕ ਪੂਰੀ ਦੀ ਪੂਰੀ ਨਸਲ ਖਤਮ ਕਰ ਦਿੱਤੀ ਮਾਝੇ ਦੇ ਵਿੱਚ। ਉਸ ਪੂਰੀ ਦੀ ਪੂਰੀ ਨਸਲ ਤੋਂ ਬਾਅਦ ਜਦੋਂ ਨੌਜਵਾਨ ਕੋਈ ਲੜਨ ਜੋਗੇ ਬਚੇ ਨਹੀਂ ਤੇ ਤੁਸੀਂ ਐਲਾਨੀਆਂ ਤੌਰ ਤੇ ਅਖਾੜੇ ਲਾਏ ਤੇ ਕਿਹਾ ਵੀ ਭਾਈ ਪੰਜਾਬ 'ਚ ਹੁਣ ਸ਼ਾਂਤੀ ਹੋ ਗਈ ਹੈ। ਸ਼ਾਂਤੀ ਕਾਹਦੀ ਹੋਈ ਸੀ? ਉਸ ਤੋਂ ਬਾਅਦ 'ਚ ਜਿਹੜਾ ਨੌਜਵਾਨ ਜਿੰਨੇ ਉਹਨੇ ਪੁਲਿਸ ਦੀ ਗੋਲੀ ਨਾਲ ਨਹੀਂ ਸਾਡੇ ਸ਼ਹੀਦ ਹੋਏ, ਜਿੰਨੇ ਅੱਜ ਨਸ਼ੇ ਦੇ ਨਾਲ ਸਾਡੇ ਨੌਜਵਾਨ ਰੋਜ਼ ਮਾਰੇ ਜਾ ਰਹੇ। ਸੋ ਜਿਹੜੀ ਅਮਨ ਸ਼ਾਂਤੀ ਤੁਹਾਨੂੰ ਐ ਲੱਗਦਾ ਵੀ ਸਿਰਫ ਗੋਲੀ ਦੇ ਨਾਲ ਹੀ ਬੰਦਾ ਮਰਦਾ ਤੇ ਉਹੀ ਤੁਹਾਨੂੰ ਵਾਇਲੈਂਸ ਲੱਗਦੀ ਹੈ, ਹਿੰਸਾ ਲੱਗਦੀ ਹੈ। ਤੇ ਜਿਹੜੀ ਹਿੰਸਾ ਸਾਡੇ ਤੇ ਏਡੇ ਵੱਡੇ ਪੱਧਰ ਦੀ ਹੋ ਰਹੀ ਹੈ, ਸਾਡੇ ਨੌਜਵਾਨ ਇੱਥੋਂ ਛੱਡ ਕੇ ਜਾ ਰਹੇ ਨੇ, ਉਹਨਾਂ ਦੇ ਹੱਥੋਂ ਰੁਜ਼ਗਾਰ ਖੋਏ ਗਏ ਨੇ, ਉਹਨਾਂ ਨੂੰ ਪੰਜਾਬ ਦੇ ਵਿੱਚ ਹੀਣ ਮਹਿਸੂਸ ਕਰਾਇਆ ਗਿਆ, ਇਨਸਿਕਿਉਰ ਫੀਲ ਕਰਾਇਆ ਗਿਆ। ਉਸ ਤੋਂ ਬਾਅਦ 'ਚ ਉਹ ਛੱਡ ਕੇ ਤੇ ਪੰਜਾਬ ਤੋਂ ਬਾਹਰ ਚਲੇ ਗਏ। ਹੁਣ ਇਹ ਤੁਹਾਨੂੰ ਅਸ਼ਾਂਤੀ ਨਹੀਂ ਲੱਗਦੀ? ਕਿਸੇ ਕੌਮ ਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ ਕਿਸੇ ਜਗ੍ਹਾ ਤੋਂ, ਇਹ ਤੋਂ ਵੱਡੀ ਸ਼ਾਂਤੀ ਕੀ ਹੋ ਸਕਦੀ?
ਕਿਸੇ ਨੌਜਵਾਨ ਦੀ ਨਾੜ 'ਚ ਜਦੋਂ ਟੀਕਾ ਲੱਗ ਕੇ ਉਹ ਮਰਦਾ ਹੈ, ਉਹ ਗੋਲੀ ਨਾਲ ਵੀ ਭੈੜੀ ਚੀਜ਼ ਹੈ, ਪਰ ਤੁਹਾਨੂੰ ਉੱਥੇ ਸ਼ਾਂਤੀ ਨਜ਼ਰ ਨਹੀਂ ਆਉਂਦੀ। ਤੁਸੀਂ ਉੱਥੇ ਚੁੱਪ ਕਰਕੇ ਬੈਠੇ ਜੋ। ਉੱਥੇ ਨੌਜਵਾਨ ਕਿਹਦੇ ਮਰ ਰਹੇ ਨੇ? ਸਿੱਖਾਂ ਦੇ ਮੁੰਡੇ ਹੀ ਮਰ ਰਹੇ ਨੇ ਅੱਜ ਦੀ ਡੇਟ ਦੇ ਵਿੱਚ। ਸੋ ਜੇ ਤੁਹਾਨੂੰ ਲੱਗਦਾ ਨਾ ਵੀ ਪੰਜਾਬ 'ਚ ਸ਼ਾਂਤੀ ਹੈ, ਇਹ ਮੜੀਆਂ ਵਾਲੀ ਸ਼ਾਂਤੀ ਹੈ ਜਿੱਥੇ ਸਾਰੇ ਲੋਕ ਮੁਰਦਾ ਹੁੰਦੇ ਨੇ। ਸ਼ਾਂਤੀ ਮੜੀਆਂ ਵਾਲੀ ਨਹੀਂ ਹੁੰਦੀ। ਮਰਦਾਂ ਦੀ ਸ਼ਾਂਤੀ ਤੇ ਮੜੀਆਂ ਦੀ ਸ਼ਾਂਤੀ 'ਚ ਫਰਕ ਹੁੰਦਾ। ਜਿਹੜੀ ਮੜੀਆਂ ਦੀ ਸ਼ਾਂਤੀ ਹੈ ਉਹਦੇ 'ਚ ਜਦੋਂ ਕੋਈ ਬੰਦਾ ਸਾਰੇ ਬਗੈਰਤ ਹੋ ਜਾਣ, ਚੁੱਪ ਕਰਕੇ ਬੈਠ ਜਾਣ, ਉਹਨੂੰ ਸ਼ਾਂਤੀ ਕਿਹਾ ਜਾਂਦਾ। ਤੇ ਜਿਹੜੀ ਦੂਜੀ ਸ਼ਾਂਤੀ ਹੈ, ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆਂਦੀ ਸੀ, ਉਹ ਤੇਗ ਤੇ ਤੇਗ 'ਚੋਂ ਹੀ ਨਿਕਲਦੀ ਹੈ ਸ਼ਾਂਤੀ। ਉਹ ਅਸਲ ਸ਼ਾਂਤੀ ਹੈ ਜਿਹੜੀ ਖਾਲਸੇ ਦੀ ਸ਼ਾਂਤੀ ਹੈ। ਤੁਸੀਂ ਜਿਹਨੂੰ ਸ਼ਾਂਤੀ ਬਣਾ ਕੇ ਸਾਡੇ ਨਾਲ ਵਿਆਹਣਾ ਚਾਹੁੰਦੇ ਜੋ ਨਾ, ਉਹ ਬਗੈਰਤੀ ਹੈ। ਅਸੀਂ ਉਹ ਬਗੈਰਤੀ ਨਾ ਤੇ ਬਰਦਾਸ਼ਤ ਕਰ ਸਕਦੇ ਹਾਂ, ਨਾ ਅਸੀਂ ਝੱਲ ਸਕਦੇ ਹਾਂ, ਕਿਉਂਕਿ ਤੁਸੀਂ ਚਾਹੁੰਦੇ ਜੋ ਵੀ ਅਸੀਂ ਜਿਹੜਾ ਅਸਕਰ ਸੋਸ਼ਲਿਸਟ ਖੱਬੇ ਪੱਖੀ ਲੋਕ ਨੇ ਕਾਮਰੇਡ, ਇਹਨਾਂ ਦੀ ਕੀ ਧਾਰਨਾ ਹੈ ਵੀ ਸਿੱਖ ਪਰਫੈਕਟ ਵਿਕਟਮ ਬਣ ਜਾਣ, ਭਾਵ ਪਰਫੈਕਟ ਮਜਲੂਮ ਬਣਨ, ਵੀ ਇਹ ਛਿੱਤਰ ਖਾਣ, ਕੁਝ ਨਾ ਬੋਲਣ ਅੱਗਿਓਂ, ਇਹ ਆਪਣੇ ਇਤਿਹਾਸ ਤੋਂ ਕੋਈ ਛੇਦ ਨਾ ਲੈਣ, ਇਹ ਆਪਣੇ ਇਤਿਹਾਸ ਦੀ ਆਪਣੇ ਧਰਮ ਦੀ ਕੋਈ ਗੱਲ ਨਾ ਕਰਨ, ਚੁੱਪ ਕਰਕੇ ਕੁੱਟ ਖਾਈ ਜਾਣ, ਤੇ ਫਿਰ ਅਸੀਂ ਇਹਨਾਂ ਦਾ ਸਾਥ ਦੇਵਾਂਗੇ। ਜਿੱਦਣ ਸਿੱਖ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੇ ਨੇ, ਜਿੱਦਣ ਸਿੱਖ ਆਪਣੇ ਨਿਸ਼ਾਨ ਸਾਹਿਬ ਹੇਠ ਲੜਨ ਦੀ ਗੱਲ ਕਰਦੇ ਨੇ, ਜਿੱਦਣ ਸਿੱਖ ਆਪਣੇ ਧਰਮ ਦੀ ਆਪਣੇ ਸ਼ਹੀਦਾਂ ਦੀ ਗੱਲ ਕਰਦੇ ਨੇ, ਉਦੋਂ ਇਹ ਸਾਨੂੰ ਬਰਾਬਰ ਦਾ ਦੋਸ਼ੀ ਕਿਉਂ ਬਣਾਉਂਦੇ ਆ? ਕਿਉਂਕਿ ਇਹਨਾਂ ਦਾ ਸਾਰਾ ਕਾਰੋਬਾਰ ਇਸ ਗੱਲ ਦੇ ਉੱਤੇ ਚੱਲਦਾ ਵੀ ਅਸੀਂ ਦੁਨੀਆ ਦੇ ਉੱਤੇ ਜਿਹੜਾ ਨਾ ਸਾਰਿਆਂ ਨੂੰ ਇਨਸਾਫ ਦਿਵਾਉਣ ਦਾ ਠੇਕਾ ਲਿਆ, ਤੇ ਇਨਸਾਫ ਇਹ ਕਹਿੰਦੇ ਅਸੀਂ ਤਾਂ ਦਿਵਾਉਣਾ, ਪਹਿਲਾਂ ਤੁਸੀਂ ਸਰਕਾਰ ਦੇ ਨਾਲ ਸਰਕਾਰ ਕੋਲੋਂ ਹਕੂਮਤਾਂ ਕੋਲੋਂ ਜ਼ਬਰ ਸਹੋ, ਜੈਨੋਸਾਈਡ ਝੱਲੋ, ਆਪਣੀਆਂ ਧੀਆਂ ਭੈਣਾਂ ਦੀ ਬੇਪਤੀ ਕਰਾਓ, ਤੇ ਫਿਰ ਅਸੀਂ ਆਵਾਂਗੇ। ਜਿੱਦਾਂ ਰੈੱਡ ਕਰਾਸ ਕਿਸੇ ਮੌਕੇ ਤੇ ਆਉਂਦੀ ਸੀ ਨਾ, ਪਹਿਲਾਂ ਉਹਨਾਂ ਦੇ ਕਤਲੇਆਮ ਕੀਤਾ ਜਾਂਦਾ ਸੀ ਬ੍ਰਿਟਿਸ਼ਰਸ ਵੱਲੋਂ, ਤੇ ਮਗਰੋਂ ਰੈੱਡ ਕਰਾਸ ਵਾਲੇ ਜਾ ਕੇ ਉੱਤੇ ਲੀਪਾਪੋਚੀ ਕਰਦੇ ਸੀ, ਮਲਮ ਲਾਉਂਦੇ ਸੀ ਜ਼ਖਮਾਂ ਦੇ ਉੱਤੇ। ਉਹੋ ਹੀ ਕੰਮ ਪੰਜਾਬ ਦੇ ਖੱਬੇ ਪੱਖੀ, ਭਾਰਤ ਦੇ ਖੱਬੇ ਪੱਖੀ ਕਰ ਰਹੇ ਨੇ। ਉਹ ਕਹਿੰਦੇ ਨੇ ਵੀ ਸਿੱਖ ਜਿਹੜੇ ਨੇ ਪਰਫੈਕਟ ਵਿਕਟਮ ਬਣਨ, ਇਹਨਾਂ ਨੂੰ ਕੁੱਟ ਪਵੇ, ਇਹ ਗਾੜੀਆਂ ਸੀਵ ਨਾ ਕਰਨ, ਤੇ ਜੇ ਇਹ ਫੇਰ ਆ ਸਾਡੇ ਕੋਲ ਆਉਣ ਵੀ ਸਾਡਾ ਬਚਾਅ ਕਰੋ ਜੀ, ਖੱਬੇ ਪੱਖੀ ਤੇ ਨਾਲ ਲੜ ਕੇ ਸਾਡੇ ਲਈ ਸੰਘਰਸ਼ ਲੜੋ। ਇਹਨਾਂ ਨੂੰ ਪ੍ਰੋਬਲਮ ਇਹ ਹੈ ਵੀ ਸਿੱਖਾਂ ਨੇ ਮਹਾਰਾਜ ਦੇ ਕੋਲੋਂ ਜਿਹੜੀ ਸ਼ਕਤੀ ਪ੍ਰਾਪਤ ਹੁੰਦੀ ਹੈ, ਸਿੱਖਾਂ ਨੂੰ ਜਿਹੜਾ ਬਲ ਮਿਲਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਕੋਲੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲੋਂ, ਉਸ ਬਲ ਦੇ ਬਲਬੂਤੇ ਜਿਹੜਾ ਅਸੀਂ ਲੜਾਈ ਲੜਦੇ ਹਾਂ ਆਪਣੀ ਕੌਮ ਦੀ, ਉਹਦੇ ਤੋਂ ਸਭ ਤੋਂ ਵੱਡਾ ਇਤਰਾਜ਼ ਇਹਨਾਂ ਨੂੰ ਹੈ। ਸੋ ਇੱਕ ਤੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਪੰਜਾਬ ਦੇ ਵਿੱਚ ਕੀ ਦੁਨੀਆ ਦੇ ਵਿੱਚ ਸਾਡਾ ਕੋਈ ਸਕਾ ਨਹੀਂ। ਇੱਕ ਸੁਨਾਹ ਮੈਂ ਲਾਂਗਰੀ ਮਹਿਕਮੇ ਨੂੰ ਦੇਣਾ ਚਾਹੁੰਦਾ, ਜਿਹੜੇ ਮਹਿਕਮੇ ਦਾ ਕੰਮ ਹੈ ਵੀ ਤੁਸੀਂ ਜਿੱਥੇ ਕੋਈ ਗੱਲ ਹੁੰਦੀ ਹੈ ਆਪਣਾ ਭਾਂਡੇ ਨੀੜੇ ਚੁੱਕ ਕੇ ਪਹੁੰਚ ਜਾਂਦੇ ਜੋ, ਕੋਈ ਸ਼ਰਮ ਹਜ਼ਾਰ ਤੁਸੀਂ ਕਰੋ, ਕੋਈ ਥੋੜੀ ਬਹੁਤੀ ਸ਼ਰਮ ਨੂੰ ਹੱਥ ਮਾਰ ਲਓ ਵੀ ਤੁਸੀਂ ਕਰ ਕੀ ਰਹੇ ਜੋ। ਇਹ ਜੇ 84 'ਚ ਇਹ ਮਹਿਕਮਾ ਹੁੰਦਾ ਨਾ, ਉਧਰੋਂ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਣੀ ਸੀ, ਤੇ ਜਿਨ੍ਹਾਂ ਨੇ ਬੇਪਤੀ ਕਰਨੀ ਸੀ ਉਹਨਾਂ ਨੂੰ ਇਹਨਾਂ ਠੰਡੇ ਪਿਆਉਣੇ ਸੀ ਜਾ ਕੇ ਉੱਥੇ, ਵੀ ਸ਼ਾਇਦ ਤੈਨੂੰ ਸਾਹ ਚੜ ਗਿਆ ਉਹ ਬੇਪਤੀ ਕਰਦੇ ਨੂੰ। ਉੱਥੇ ਉਹ ਸਾਡੀ ਨਸਲਕੁਸ਼ੀ ਦੀਆਂ ਪਲੈਨਿੰਗਾਂ ਕਰ ਰਹੇ ਆ ਲੋਕ, ਇਹ ਉੱਥੇ ਜਾ ਕੇ ਐਪੀ ਫਿੱਜ ਦੇ ਫਰੂਟੀਆਂ ਪਿਆ ਰਹੇ। ਇੱਥੇ ਉਹ ਜੇ ਬੰਦੇ ਜਿਹੜੇ ਵੱਡੇ ਲਾਂਗਰੀ ਖਵਾਉਂਦੇ ਆਪਣੇ ਆਪ ਨੂੰ, ਉਹਨਾਂ ਦੇ ਬਿਆਨ ਇਹ ਆ ਰਹੇ ਆ ਵੀ ਦੋ ਧਿਰਾਂ ਆਪਸ 'ਚ ਲੜਦੀਆਂ। ਤੁਸੀਂ ਦੱਸੋ ਤੁਸੀਂ ਕਿਹੜੀ ਧਿਰ 'ਚ ਜੋ? ਜੇ ਤੁਸੀਂ ਸਿੱਖ ਹੋ ਕੇ ਸਿੱਖਾਂ ਵੱਲ ਨਹੀਂ ਖੜਦੇ, ਫਿਰ ਤੁਸੀਂ ਕਿਹੜੀ ਧਿਰ 'ਚ ਜੋ? ਇੱਥੇ ਦੋ ਹੀ ਧਿਰਾਂ ਨੇ, ਇੱਕ ਪਾਸੇ ਸਿੱਖ ਨੇ, ਇੱਕ ਪਾਸੇ ਹਕੂਮਤ ਹੈ। ਹਕੂਮਤ ਨਾਲ ਰਲੀਆਂ ਸਾਰੀਆਂ ਧਿਰਾਂ ਹੋ ਸਕਦੀਆਂ ਨੇ, ਤੇ ਜੇ ਤੁਹਾਨੂੰ ਇਹ ਲੱਗਦਾ ਵੀ ਦੋ ਧਿਰਾਂ ਦੀ ਲੜਾਈ ਹੈ, ਤੇ ਫਿਰ ਤੁਸੀਂ ਆਪਣੀ ਧਿਰ ਸਪਸ਼ਟ ਕਰੋ। ਜਿਹੜਾ ਤੁਸੀਂ ਇਹ ਡਿਪਾਰਟਮੈਂਟ ਖੋਲੀ ਫਿਰਦੇ ਜੋ ਨਾ ਵੀ ਅਸੀਂ ਦੁਨੀਆ ਦਾ ਭਲਾ ਕਰਨਾ, ਦੁਨੀਆ ਦਾ ਭਲਾ ਉਹਨਾਂ ਚਿਰ ਨਹੀਂ ਹੋ ਸਕਦਾ ਜਿੰਨਾ ਚਿਰ ਤੁਸੀਂ ਆਪਣੀ ਕੌਮ ਦੇ ਹੱਕ 'ਚ ਨਹੀਂ ਖੜਦੇ। ਤੁਹਾਡਾ ਗੁਰੂ ਮਹਾਰਾਜ ਦੇ ਬਚਨ ਨੇ, ਜਿਵ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਤੁਸੀਂ ਸਾਰਾ ਕੁਝ ਹਰਾਮ ਦਾ ਖਾ ਰਹੇ ਜੋ, ਸਾਰਾ ਕੁਝ ਹਰਾਮ ਦਾ ਕਰ ਰਹੇ ਜੋ। ਸੋ ਤੁਸੀਂ ਇਹ ਗੱਲ ਬਿਲਕੁਲ ਨਾ ਸਾਨੂੰ ਦੱਸੋ ਵੀ ਇਹ ਭਾਈ ਕਨਈਆ ਜੀ ਤਾਂ ਇਹ ਸਿਧਾਂਤ ਨਹੀਂ ਸੀ ਹੈਗਾ। ਭਾਈ ਕਨਈਆ ਜੀ ਸਿੰਘਾਂ ਵੱਲੋਂ ਜ਼ਖਮੀ ਕੀਤੇ ਹੋਏ ਉਹ ਸਿਪਾਹੀਆਂ ਨੂੰ ਦੇ ਮਲਮ ਲਾਉਂਦੇ ਸੀ ਜਾਂ ਪਾਣੀ ਪਿਆਉਂਦੇ ਸੀ, ਨਾਲ ਸਿੰਘਾਂ ਨੂੰ ਵੀ ਪਿਆਉਂਦੇ ਸੀ। ਤੁਸੀਂ ਜਿਹੜੇ ਬੰਦੇ ਸਾਡੇ ਸਿੰਘਾਂ ਨੂੰ ਜ਼ਖਮੀ ਕਰਦੇ ਆ, ਉਹਨਾਂ ਨੂੰ ਜਾ ਕੇ ਲੰਗਰ ਛਕਾਉਂਦੇ ਜੋ, ਪਾਣੀ ਪਿਆਉਂਦੇ ਜੋ, ਤੇ ਉਹ ਗਾੜੀਆਂ ਤੁਹਾਡੇ ਮੂੰਹ, ਇੱਕ ਉਹਨੂੰ ਕੱਲ ਪੁੱਛ ਰਹੇ ਸੀ ਵੀ ਤੂੰ ਇੱਥੇ ਕਿਉਂ ਆਇਆ, ਉਹ ਕਹਿੰਦਾ ਤੇਰੇ ਮੂੰਹ 'ਚ ਚਪੇੜ ਮਾਰਨੀ। ਉਹ ਕਹਿੰਦਾ ਮੈਂ ਇੱਕ ਗੱਲ ਅੱਗੇ ਹੋਰ ਕਰ ਦੂੰਗਾ ਵੀ ਤੁਸੀਂ ਗੁਰੂ ਗੋਬਿੰਦ ਪਾਤਸ਼ਾਹ ਦੀ ਔਲਾਦ ਜੋ ਕਿ ਕਿਸੇ ਗਾਂਧੀ ਦੇ ਬੱਚੇ ਜੋ, ਕੋਈ ਸ਼ਰਮ ਹਜਾ ਕਰ ਲਵੋ ਥੋੜੀ ਬਹੁਤ, ਜੇ ਤੁਹਾਨੂੰ ਹੈਗੀ ਆ, ਤੁਹਾਡੇ 'ਚ ਕੋਈ ਗੈਰਤ ਬਚੀ ਆ, ਕੋਈ ਅਣਖ ਬਚੀ ਆ ਤੁਹਾਡੇ 'ਚ, ਤੇ ਤੁਸੀਂ ਇਹ ਸੋਚੋ ਵੀ ਤੁਸੀਂ ਪੁੱਤ ਕਿਹਦੇ ਜੋ। ਸੋ ਇਹ ਗੱਲ ਸਮਝ ਲਓ। ਦੂਜੀ ਜਿਹੜੀ ਰਾਜ ਦੀ ਗੱਲ ਹੈ, ਇਹਦੇ ਤੇ ਆਪਾਂ ਆਈਏ ਹੁਣ। ਰਾਜ ਦੀ ਗੱਲ ਕਰਨ 'ਚ ਕੀ ਗੁਨਾਹ ਹੈ? ਜੇ ਕੋਈ ਇਹ ਪੁੱਛੇ ਵੀ ਤੁਸੀਂ ਉੱਥੇ ਮਾਰਚ ਅਸੀਂ ਕਰੀਏ ਵੀ ਖਾਲਿਸਤਾਨ ਦਾ ਐਲਾਨਨਾਮਾ ਕਰੀਏ, ਖਾਲਿਸਤਾਨ ਦੇ ਰਾਜ ਦੀ ਗੱਲ ਕਰੀਏ, ਇਹਦੇ 'ਚ ਗੁਨਾਹ ਕੀ ਹੈ? ਇਹਦੇ 'ਚ ਕੀ ਅਸੀਂ ਐਸਾ ਕਰ ਰਹੇ ਹਾਂ ਜਿਹੜਾ ਦੁਨੀਆ ਦੀ ਕਿਹੜੀ ਹਕੂਮਤ, ਚਲੋ ਜੇ ਤੇ ਆਪਾਂ ਇਹਨੂੰ ਡੈਮੋਕ੍ਰੇਸੀ ਮੰਨਦੇ ਹਾਂ, ਇਹ ਤੇ ਮੰਨਦੇ ਆ ਨਾ ਡੈਮੋਕ੍ਰੇਸੀ, ਫਿਰ ਜਿਹੜਾ ਤੁਹਾਡਾ ਸੰਵਿਧਾਨ ਕਹਿੰਦਾ, ਤੁਹਾਡੀ ਸੁਪਰੀਮ ਕੋਰਟ ਇਸ ਗੱਲ 'ਚ ਫੈਸਲੇ ਕਰ ਚੁੱਕੇ ਆ ਵੀ ਇਹਦੇ 'ਚ ਕੋਈ ਗੁਨਾਹ ਵਾਲੀ ਗੱਲ ਨਹੀਂ, ਤੇ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਇਸ ਰਾਜ ਦੀ ਗੱਲ ਕਰਨ ਦੇ ਵਿੱਚ ਜਦੋਂ ਕੋਈ ਗੁਨਾਹ ਵਾਲੀ ਗੱਲ ਨਹੀਂ, ਤੇ ਤੁਸੀਂ ਕਿਉਂ ਮਤਲਬ ਇਹਦਾ ਵਿਰੋਧ ਕਰਦੇ ਜੋ? ਤੁਸੀਂ ਕਿਉਂ ਦੋਵਾਂ ਧਿਰਾਂ ਨੂੰ ਬਰਾਬਰ ਦੇ ਦੋਸ਼ੀ ਬਣਾਉਂਦੇ ਜੋ? ਇਹ ਤੇ ਉਹ ਗੱਲ ਹੋ ਗਈ, ਇੱਕ ਧਿਰ ਪਿੰਜਰੇ 'ਚ ਪਈ ਜ਼ੁਲਮ ਸਹਿ ਰਹੀ ਹੈ,
ਦੂਜੀ ਧਿਰ ਬਾਹਰ ਬੈਠੀ ਉਹਨਾਂ ਦੇ ਉੱਤੇ ਜ਼ੁਲਮ ਕਰ ਰਹੀ ਹੈ, ਤੇ ਜੇ ਕੋਈ ਬੰਦਾ ਪਿੰਜਰੇ 'ਚ ਬੈਠਾ ਹਾਏ ਵੀ ਕਰਦੇ ਹੈ, ਉਹਨਾਂ ਨੂੰ ਮੰਦਾ ਚੰਗਾ ਬੋਲਦੇ ਬਾਹਰ ਦੀ ਧਿਰ ਨੂੰ, ਤੇ ਤੁਸੀਂ ਕਹਿੰਦੇ ਵੀ ਦੋਵਾਂ ਦਾ ਬਰਾਬਰ ਕਸੂਰ। ਇਹ ਕਿਦਾਂ ਦੀ ਗੱਲ ਹੈ? ਸੋ ਇਹ ਜਿਹੜੇ ਵੀ ਮਹਿਕਮੇ ਵਾਲੇ ਨੇ, ਚਾਹੇ ਅਖਬਾਰਾਂ ਵਾਲੇ ਨੇ, ਚਾਹੇ ਲਾਂਗਰੀ ਨੇ, ਚਾਹੇ ਦੂਜੇ ਨੇ, ਚਾਹੇ ਜਿਹੜੇ ਮਰਜ਼ੀ ਨੇ, ਤੁਸੀਂ ਥੋੜਾ ਜਿਹਾ ਬਾਜ ਆ ਜਾਓ। ਤੁਹਾਡਾ ਦਿਮਾਗ ਸ਼ਾਇਦ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਵਿਕਸਿਤ ਹੋਇਆ ਜਾਂ ਵਿਕਾਸ ਨਹੀਂ ਹੋਇਆ ਤੁਹਾਡੇ ਦਿਮਾਗ ਦਾ, ਪਰ ਘੱਟੋ ਘੱਟ ਇਹ ਚੀਜ਼ ਸੋਚੋ ਵੀ ਇਹ ਲੜਾਈ ਕਿੱਧਰ ਨੂੰ ਵੱਧ ਰਹੀ ਹੈ। ਸਿੱਖਾਂ ਤੇ ਨਸਲਕੁਸ਼ੀ ਦੀਆਂ ਪਲੈਨਿੰਗਾਂ ਚੱਲ ਰਹੀਆਂ ਨੇ, ਤੇ ਤੁਸੀਂ ਮਤਲਬ ਸਿੱਖਾਂ ਨੂੰ ਨਪੁੰਸਕ ਬਣਾਉਣ ਤੇ ਲੱਗੇ ਹੋਏ ਜੋ। ਤੁਸੀਂ ਸਿੱਖਾਂ ਨੂੰ ਬਗੈਰਤ ਬਣਾਉਣ ਤੇ ਲੱਗੇ ਹੋਏ ਜੋ, ਵੀ ਤੁਹਾਡੇ ਕੋਈ ਇੱਕ ਚਪੇੜ ਮਾਰਦਾ ਤੇ ਤੁਸੀਂ ਗਾੜੀਆਂ ਦੂਜੀ ਗੱਲ ਅੱਗੇ ਕਰ ਦਿਓ। ਜਿਹੜੇ ਨੌਜਵਾਨ ਉੱਥੇ ਗਏ ਨੇ ਉਹਨਾਂ ਦੀ ਕੋਈ ਜ਼ਮੀਨ ਦਾ ਰੌਲਾ, ਉਹਨਾਂ ਦਾ ਰੌਲਾ ਪੰਥ ਦਾ ਰੌਲਾ। ਉਹ ਜੇ ਖਾਲਿਸਤਾਨ ਦੀ ਕੋਈ ਮੰਗ ਕਰਦਾ ਤੇ ਉਹ ਇਸ ਕਰਕੇ ਨਹੀਂ ਮੰਗ ਕਰਦਾ ਵੀ ਖਾਲਿਸਤਾਨ ਦੀ ਮੰਗ ਕਰਕੇ ਉਹਨਾਂ ਕੇ ਕੁਰਸੀ ਤੇ ਬੈਠਣਾ, ਉਹ ਇਸ ਕਰਕੇ ਮੰਗ ਕਰਦੇ ਨੇ ਵੀ ਤੁਹਾਡੀਆਂ ਧੀਆਂ ਭੈਣਾਂ ਵੀ ਉੱਚ ਸੁਰੱਖਿਅਤ ਰਹਿਣ। ਉਹ ਇਸ ਕਰਕੇ ਮੰਗ ਕਰਦੇ ਨੇ ਵੀ ਜਿਹੜਾ ਪੰਜਾਬ ਉਜੜ ਰਿਹਾ ਦਿਨੋਂ ਦਿਨ, ਪੰਜਾਬ ਦੇ ਵਿੱਚੋਂ ਸਿੱਖ ਛੱਡ ਕੇ ਜਾ ਰਹੇ ਨੇ, ਪੰਜਾਬ ਦਾ ਪਾਣੀ ਮੁੱਕ ਰਿਹਾ, ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ ਨਸ਼ਿਆਂ ਦੇ ਵਿੱਚ, ਉਹਦੇ ਤੇ ਰੋਕ ਲੱਗੇ। ਹੋਰ ਖਾਲਿਸਤਾਨ ਦੀ ਮੰਗ ਲੋਕੀ ਕਿਉਂ ਕਰਦੇ ਨੇ? ਜੇ ਇਹ ਜਦੋਂ 47 ਦੇ ਵਿੱਚ ਸਾਡੇ ਬਜ਼ੁਰਗ ਇੱਥੇ ਆਏ ਸੀ ਐਡਾ ਵੱਡਾ ਨੁਕਸਾਨ ਕਰਾ ਕੇ, ਜ਼ਮੀਨਾਂ ਦਾ ਦੂਜਾ ਤੀਜਾ ਇੰਨੀ ਵੱਟ ਟੁੱਕ ਸਹਿ ਕੇ, ਉਸ ਤੋਂ ਬਾਅਦ 48 49 ਦੇ ਵਿੱਚ ਸਾਨੂੰ ਜਰਾਇਮ ਪੇਸ਼ਾ ਕਿਹਾ ਜਾਂਦਾ, ਫਿਰ ਸੂਬੇ ਦੀ ਲੜਾਈ ਇੰਨੀ ਲੰਮੀ ਲੜਨੀ ਪੈਂਦੀ ਆ, ਫਿਰ ਸਾਡੇ ਹੱਕ ਮਾਰੇ ਜਾਂਦੇ ਆ। ਜਿਹੜੇ ਰਿਪੇਰੀਅਨ ਲਾ ਦੇ ਅਧੀਨ ਹਿੰਦੁਸਤਾਨ ਬਾਹਰੋਂ ਪਾਣੀ ਲੈਂਦਾ ਤੇ ਬਾਕੀ ਸੂਬਿਆਂ 'ਚ ਵੰਡਦਾ ਤੇ ਪਾਕਿਸਤਾਨ ਨੂੰ ਦਿੰਦਾ ਚੀਨ ਕੋਲ ਲੈ ਕੇ, ਉਹ ਰਿਪੇਰੀਅਨ ਲਾ ਸਾਡੇ ਕੇ ਤੋੜਿਆ ਜਾਂਦਾ। ਜਿਹੜੀ ਸਰਕਾਰ ਨੂੰ ਤੁਸੀਂ ਅੱਡੀਆਂ ਚੁੱਕ ਕੇ ਬਣਾਇਆ ਵੀ ਨਹੀਂ ਜੀ ਇਹੋ ਬਦਲਾ ਲਿਆਉਣਾ ਹੈ, ਉਸ ਸਰਕਾਰ ਨੇ ਜਿਹੜੇ ਰਾਜ ਸਭਾ ਦੇ ਮੈਂਬਰ ਘੱਲੇ ਆ, ਉਹਨਾਂ ਚੋਂ ਇੱਕ ਬੰਦਾ ਪੰਜਾਬ ਵੱਲੋਂ ਗਿਆ ਹੋਇਆ ਮੈਂਬਰ, ਇਹ ਕਹਿੰਦਾ ਵੀ ਹਰਿਆਣੇ ਨੂੰ ਪਾਣੀ ਦੇਵਾਂਗੇ। ਹੁਣ ਤੁਸੀਂ ਦੱਸੋ ਵੀ ਸਟੇਟਾਂ ਦਾ ਕੋਈ ਇੰਟਰਸਟ ਹੈਗਾ ਕਿ ਨਹੀਂ ਹੈਗਾ? ਸਟੇਟ ਨਾਂ ਦੀ ਕੋਈ ਚੀਜ਼ ਹੁੰਦੀ ਹੈ, ਸੂਬੇ ਨਾਂ ਦੀ ਕੋਈ ਚੀਜ਼ ਹੈਗੀ ਆ ਪੰਜਾਬ? ਜੇ ਹੈਗੀ ਆ ਤੇ ਇਹਦੀ ਜਿਹੜੀ ਲੀਡਰਸ਼ਿਪ ਹੈ, ਇਹ ਕਿੱਦਾਂ ਯੁਰਤ ਕਰ ਸਕਦੀ ਹੈ ਵੀ ਇਹ ਜਾ ਕੇ ਹਰਿਆਣੇ ਦਾ ਜਾਂ ਕਿਸੇ ਹੋਰ ਸੂਬੇ ਦਾ ਪੱਖ ਪੂਰ ਦੇਣ? ਇਹ ਬੇਸ਼ੱਕ ਸੂਬਿਆਂ 'ਚ ਆਪਸੀ ਲੜਾਈ ਚੱਲਦੀ ਰਹੇ, ਤਾਂ ਹੀ ਉਹ ਸੂਬੇ ਬਣੇ ਆ ਨਾ। ਕਲਚਰਲ ਡਿਫਰੈਂਸ ਹੈ ਤੇ ਦੂਜੀ ਡਿਫਰੈਂਸ ਹੈ ਉਹ ਇਹ ਸਾਰਾ ਕੁਝ ਜਿਹੜਾ ਵਾ ਕਲਚਰਲ ਡਿਫਰੈਂਸ ਹੋਣ ਦੇ ਬਾਵਜੂਦ ਜਦੋਂ ਆਪਾਂ ਇਹ ਸਾਰਾ ਕੁਝ ਮੰਨਣ ਨੂੰ ਤਿਆਰ ਨਹੀਂ, ਇੱਥੇ ਸਾਰੇ ਤੁਹਾਡੇ ਐਮਐਲਏ ਜਿਹੜੇ ਆ ਉਹ ਹਿੰਦੀ 'ਚ ਟਵੀਟ ਕਰੀ ਜਾਂਦੇ ਨੇ, ਸਾਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਇਹਨਾਂ ਚੀਜ਼ਾਂ ਨਾਲ। ਸੋ ਇੱਕ ਤੇ ਇਹ ਜਿਹੜੀ ਗੱਲ ਹੈ ਨਾ ਵੀ ਅਸੀਂ ਕੀ ਕਰਨਾ ਹੈ, ਸਿੱਖਾਂ ਨੇ ਜਿਹੜਾ ਵੀ ਬੰਦਾ ਸਿੱਖ ਹੈ ਉਹ ਇੱਕ ਗੱਲ ਸਮਝ ਲੇ, ਵਾਰੀ ਸਾਰਿਆਂ ਦੀ ਆਉਣੀ ਹੈ। ਕਿਸੇ ਦੀ ਅੱਜ ਆ ਜਾਏਗੀ, ਕਿਸੇ ਦੀ ਕੱਲ ਆ ਜਾਏਗੀ। ਜਿਹੜਾ ਕੋਈ ਆਪਣੇ ਆਪ ਨੂੰ ਬਹੁਤ ਰਾਸ਼ਟਰਵਾਦੀ ਕਹਿੰਦਾ ਉਹਦੀ ਅਖੀਰ ਤੇ ਆ ਜਾਊਗੀ, ਆਉਣੀ ਜ਼ਰੂਰ ਹੈ। ਸੋ ਇਸ ਕਰਕੇ ਇਹ ਦਿੱਲੀ ਦੇ ਸਿੱਖਾਂ ਨਾਲ ਕੀ ਵਾਪਰਿਆ ਸੀ, ਉਤੋਂ ਕੋਈ ਸੇਧ ਲੈ ਲਓ। ਦਿੱਲੀ ਦੇ ਸਿੱਖਾਂ ਨੂੰ ਐ ਲੱਗਦਾ ਸੀ ਵੀ ਸਾਨੂੰ ਕੋਈ ਕੁਝ ਨਹੀਂ ਕਹਿ ਸਕਦਾ ਕਿਉਂਕਿ ਅਸੀਂ ਬੜੇ ਰਾਸ਼ਟਰਵਾਦੀ ਹਾਂ, ਤੇ ਉਹਨਾਂ ਨੇ ਫਿਰ ਵੋਟਰ ਲਿਸਟਾਂ ਕੱਢੀਆਂ ਸੀ ਤੇ ਵੋਟਰ ਲਿਸਟਾਂ ਕੱਢ ਕੇ ਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ। ਸਾਡੇ ਨਾਲ ਵੀ ਇਹੋ ਕੁਝ ਹੋਣਾ ਜੇ ਤੁਸੀਂ ਨਾ ਸੁਧਰੇ ਤੇ। ਜਿਹੜਾ ਕੋਈ ਬੰਦਾ, ਤੁਹਾਡੇ ਆਪਸੀ ਵਖਰੇਵੇਂ ਹੋ ਸਕਦੇ ਆ, ਤੁਹਾਡੇ ਆਪਸੀ ਮਤਭੇਦ 100 ਹੋ ਸਕਦੇ ਆ, ਪਰ ਤੁਸੀਂ ਇਹ ਦੱਸੋ ਵੀ ਜਿਹੜਾ ਕੋਈ ਬੰਦਾ ਰਾਜ ਦੀ ਗੱਲ ਕਰਦਾ ਹੈ ਉਹਨੂੰ ਤੁਸੀਂ ਕ੍ਰਿਮੀਨਲਾਈਜ਼ ਕਦੋਂ ਕਰਦੇ ਜੋ? ਜਿਹੜਾ ਬੰਦਾ ਰਾਜ ਭਾਗ ਦੀ ਗੱਲ ਕਰਦਾ ਉਹਨੂੰ ਕ੍ਰਿਮੀਨਲਾਈਜ਼ ਕਰਨ ਦਾ ਕੀ ਅਰਥ ਹੈ? ਉਹ ਕੋਈ ਗੱਲ ਉਹਦੀ ਨਿੱਜੀ ਮੰਗ ਥੋੜੀ ਹੈ। ਸੋ ਜਿਹੜੇ ਇਹ ਕਹਿੰਦੇ ਨੇ ਵੀ ਇਕਨੋਮਿਕਲੀ ਜੀ ਨੌਕਰੀਆਂ ਦੇ ਦਿਓ ਜੀ, ਸਾਨੂੰ ਫਲਾਣ ਕਰ ਦਿਓ ਜੀ, ਅਸੀਂ ਗਰੀਬੀ ਦੂਰ ਹੋ ਜੂ, ਸਾਰੇ ਮਸਲੇ, ਇਹ ਸਾਰਾ ਨੈਰੇਟਿਵ ਕਿੱਥੋਂ ਆਉਂਦਾ ਇਹ ਵੀ ਸਮਝ ਲਈਏ ਆਪਾਂ। ਇਹ ਸਾਰਾ ਨੈਰੇਟਿਵ ਆਉਂਦਾ ਹੈ ਜਿਹੜਾ ਸੋਸ਼ਲਿਜ਼ਮ ਦੇ ਆਈਡੀਆ ਦੇ ਵਿੱਚੋਂ। ਜਿਹੜੇ ਕਾਮਰੇਡ ਮਾਰਕਸਿਜ਼ਮ ਦਾ ਆਈਡੀਆ ਨਾ, ਇਹ ਲੈ ਕੇ ਆਉਂਦੇ ਆ ਵੀ ਧਰਮ ਦੀ ਗੱਲ ਛੱਡ ਦਿਓ ਤੇ ਤੁਸੀਂ ਇਕਨੋਮਿਕਲ ਗੱਲ ਕਰੋ, ਆਰਥਿਕਤਾ ਦੀ ਗੱਲ ਕਰੋ, ਗਰੀਬੀ ਦੂਰ ਕਰ ਦਿਓ। ਜੇ ਗਰੀਬੀ ਨਾਲ ਮਸਲੇ ਹੱਲ ਹੁੰਦੇ ਤੇ ਜਦੋਂ ਯਹੂਦੀਆਂ ਦਾ ਕਤਲੇਆਮ ਹੋਇਆ ਬਹੁਤ ਵੱਡਾ, ਉਦੋਂ ਯਹੂਦੀ ਯੂਰਪ ਦੇ ਵਿੱਚ ਸਭ ਤੋਂ ਅਮੀਰ ਧਿਰਾਂ ਸੀ ਤੇ ਸਭ ਤੋਂ ਵੱਡੇ ਅਹੁਦਿਆਂ ਤੇ ਬੈਠੇ ਸੀ, ਫਿਰ ਵੀ ਉਹਨਾਂ ਦਾ ਕਤਲੇਆਮ ਹੋ ਗਿਆ। ਜਦੋਂ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਹੋਇਆ, ਦਿੱਲੀ ਦੇ ਸਿੱਖ ਉੱਥੋਂ ਦੇ ਸਭ ਤੋਂ ਅਮੀਰ ਤਬਕਿਆਂ ਦੇ ਵਿੱਚੋਂ ਆਉਂਦੇ ਸੀ, ਫਿਰ ਵੀ ਉਹਨਾਂ ਦਾ ਕਤਲੇਆਮ ਹੋ ਗਿਆ। ਸੋ ਜਿਹੜਾ ਪੈਸਾ, ਜਿੰਨੀ ਮਰਜ਼ੀ ਵੱਡੀ ਕੋਠੀ ਪਾ ਲਓ, ਜਿੱਡੇ ਮਰਜ਼ੀ ਵੱਡੇ ਤੁਸੀਂ ਕਾਰਾਂ ਰੱਖ ਲਓ, ਜਿਹੜੇ ਮਰਜ਼ੀ ਉਹਦੇ ਤੇ ਜਾ ਕੇ ਬਹਿ ਜਾਓ, ਜਦੋਂ ਹਿੰਦੁਸਤਾਨ ਦਾ ਮੌਕੇ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਹੈ, ਉਹਦੀ ਕਾਰ ਤੇ ਹਮਲਾ ਹੋ ਸਕਦਾ, ਤੁਸੀਂ ਕਿਹੜੇ ਖੇਤ ਦੀ ਮੂਲੀ ਜੋ? ਸੋ ਜਿਹੜੇ ਇਹ ਕਹਿ ਰਹੇ ਨੇ ਵੀ ਤੁਸੀਂ ਭੜਕਾ ਰਹੇ ਜੋ ਲੋਕਾਂ ਨੂੰ, ਅਸੀਂ ਕਦੋਂ ਭੜਕਾ ਰਹੇ ਹਾਂ? ਭੜਕਾ ਤੇ ਉਹ ਰਹੇ ਆ ਜਿਹੜੇ ਸਾਨੂੰ ਮੰਗਾਰਦੇ ਨੇ ਰੋਜ਼ ਦਿਹਾੜੀ। ਅਸੀਂ ਹੁਣ ਧੀਆਂ ਭੈਣਾਂ ਦੀ ਬੇਪਤੀ ਵੀ ਕਰਵਾਈਏ, ਅਸੀਂ ਸਾਰਾ ਕੁਝ ਕਰਵਾ ਕੇ ਤੇ ਚੁੱਪ ਕਰਕੇ ਬਹਿ ਜਾਈਏ ਫਿਕਰਾਂ ਦੇ ਵਿੱਚ, ਫਿਰ ਸਿੱਖ ਖਵਾਉਣ ਦਾ ਤੁਹਾਨੂੰ ਕੀ ਫਾਇਦਾ? ਫਿਰ ਤੁਸੀਂ ਹੋਰ ਕੁਝ ਬਣ ਜਾਓ, ਜਨੇਊ ਪਾ ਲਓ। ਜਿਹਨੂੰ ਇਹ ਲੱਗਦਾ ਹੈ ਨਾ, ਜਿਹਨੂੰ ਇਹ ਲੱਗਦਾ ਵੀ ਵਖਰੇਵਾਂ ਕੀ ਆ, ਵਖਰੇਵਾਂ ਇਹ ਹੈ ਵੀ ਉਹ ਚਾਹੁੰਦੇ ਆ ਵੀ ਸਿੱਖ ਆਪਣੇ ਆਪ ਨੂੰ ਹਿੰਦੂ ਕਹਿਣ। ਕੱਲ ਇੱਕ ਬਿਆਨ ਆਇਆ ਵੀ ਅਸੀਂ ਕੇਸਾਧਾਰੀ ਹਿੰਦੂ ਮੰਨਦੇ ਇਹਨਾਂ ਨੂੰ, ਉਹ ਸਾਡੇ ਗੁਰੂਆਂ ਨੂੰ ਹਿੰਦੂ ਕਹਿ ਰਹੇ ਆ, ਤੇ ਤੁਸੀਂ ਕਹਿੰਦੇ ਜੋ ਵੀ ਤੁਸੀਂ ਵਖਰੇਵਾਂ ਨਾ ਕੋਈ ਸਾਡਾ ਹੋਰ ਵਖਰੇਵਾਂ ਕੀ? ਏਕਤਾ ਦਾ ਤੁਹਾਨੂੰ ਭੂਤ ਸਵਾਰ ਹੋ ਜਾਂਦਾ ਰੋਜ਼ ਦਿਹਾੜੀ ਕਿ ਸਾਡੀ ਏਕਤਾ ਬਹੁਤ ਹੈ ਜੀ, ਸਾਰੀ ਏਕਤਾ ਨਾ ਟੁੱਟ ਜੇ। ਕਿਹੜੀ ਏਕਤਾ? ਗੁਲਾਮ ਦੀ ਮਾਲਕ ਨਾਲ ਕਿਹੜੀ ਏਕਤਾ ਹੁੰਦੀ ਹੈ? ਉਹਨਾਂ ਚਿਰ ਏਕਤਾ ਜਿੰਨਾ ਚਿਰ ਤੁਸੀਂ ਜੀ ਹਜ਼ੂਰੀ ਕਰਦੇ ਰਹੋ, ਜਿੱਦਣ ਤੁਸੀਂ ਆਪਣਾ ਹੱਕ ਮੰਗਿਆ ਉਦੋਂ ਏਕਤਾ ਟੁੱਟ ਗਈ ਸਮਝੋ। ਸੋ ਆਪਾਂ ਨੇ ਇਹ ਗੱਲ ਜ਼ਰੂਰ ਸੋਚਣੀ ਹੈ, ਠੀਕ ਹੈ? ਜਿਹੜੇ ਸੁਹਿਰਦ ਪੰਜਾਬ ਦੇ ਹਿੰਦੂ ਆ ਉਹ ਇਹ ਗੱਲ ਸਮਝਣ
ਜਿਹੜੇ ਸੁਹਿਰਦ ਪੰਜਾਬ ਦੇ ਲੋਕ ਆ ਉਹ ਇਹ ਗੱਲ ਸਮਝਣ ਵੀ ਪੰਜਾਬ ਦੇ ਹੱਕਾਂ ਦੀ ਗੱਲ ਹੈ ਸਾਰੀ। ਜੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਆਪਾਂ ਕਰਨੀ ਤੇ ਫਿਰ ਇਹ ਬੰਦਿਆਂ ਨੂੰ ਰੋਕਣ ਦਾ ਫਰਜ਼ ਕਿਹਦਾ ਹੈ? ਜਿਹੜੇ ਬੰਦੇ ਭੜਕਾ ਰਹੇ 8-10 ਦਿਨ ਤੋਂ, ਜੇ ਪ੍ਰਸ਼ਾਸਨ ਦੀ ਗੱਲ ਹੈ, ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਹੈ ਪਿਛਲੇ 8-10 ਦਿਨ ਤੋਂ ਵੀ ਇਹ ਮਾਰਚ ਨਹੀਂ ਹੋਊਗਾ, ਫਿਰ ਸਟੇਜਾਂ ਕਿਉਂ ਲੱਗੀਆਂ ਜੇ ਮਾਰਚ ਨਹੀਂ ਸੀ ਹੋਣਾ? ਤਾਂ ਫਿਰ ਕੁਰਸੀਆਂ ਕਿਉਂ ਲਾਈਆਂ ਗਈਆਂ, ਪੰਡਾਲ ਕਿਉਂ ਲਾਏ ਗਏ? ਫਿਰ ਜਦੋਂ ਤੁਸੀਂ ਹਮਲਾ ਕਰਕੇ ਮੰਦਿਰ 'ਚ ਲੁਕਣਾ ਹੈ ਤੇ ਮੰਦਿਰ 'ਚ ਲੁਕ ਕੇ ਉੱਤੋਂ ਪੱਥਰ ਮਾਰਨੇ ਨੇ, ਸਾਰੀਆਂ ਵੀਡੀਓ ਆ ਗਈਆਂ ਨਾ, ਸਾਰੇ ਕੁਝ। ਹੁਣ ਬੇਅਦਬੀ ਤੇ ਇਹ ਲੋਕ ਕਰ ਰਹੇ ਨੇ ਫਿਰ, ਤੇ ਜੇ ਫਿਰ ਸਿੱਖਾਂ ਤੇ ਇਲਜ਼ਾਮ ਲਾਉਣਗੇ ਉਲਟਾ। ਸੋ ਮੈਂ ਬਾਰ-ਬਾਰ ਇਹ ਬੇਨਤੀ ਕਰ ਰਿਹਾ ਸਾਰੀ ਕੌਮ ਨੂੰ, ਤੁਹਾਡੇ ਆਪਸੀ ਵਖਰੇਵੇਂ 100 ਹੋ ਸਕਦੇ ਆ, ਉਹ ਰਹਿਣਗੇ ਹਮੇਸ਼ਾ ਹੀ, ਪਰ ਜੇ ਆਪਾਂ ਇਕੱਠੇ ਨਹੀਂ ਹੁੰਦੇ ਇਸ ਮਸਲੇ ਦੇ ਉੱਤੇ, ਉਹ ਕਹੋ ਵੀ ਸਾਡਾ ਕੋਈ ਵੀ ਸਿੱਖ ਨੌਜਵਾਨ ਹੈ ਉਹਦੇ ਤੇ ਕਿਸੇ ਵੀ ਕਿਸਮ ਦਾ ਪਰਚਾ ਵਾ, ਉਹ ਅਸੀਂ ਬਰਦਾਸ਼ਤ ਨਹੀਂ ਕਰਦੇ। ਤੇ ਇਹ ਜਿਹੜੀ ਹੈ ਨਾ, ਇਹੋ ਹੀ ਬਾਈ ਦੀਪ ਸਿੱਧੂ ਦਾ ਸੁਪਨਾ ਹੈ, ਸ਼ਹੀਦ ਭਾਈ ਦੀਪ ਸਿੱਧੂ ਦਾ। ਉਹਨੇ ਸ਼ਹਾਦਤ ਇਸ ਕੰਮ ਲਈ ਦਿੱਤੀ ਹੈ, ਨਾ ਕਿ ਇਸ ਕੰਮ ਲਈ ਦਿੱਤੀ ਹੈ ਵੀ ਅਸੀਂ ਜਿਹੜਾ ਵਾ ਇਹ ਅਖੌਤੀ ਏਕਤਾ, ਅਖੌਤੀ ਭਾਈਚਾਰਾ, ਇਹਦੇ ਰੌਲੇ ਪਾਈ ਜਾਈਏ। ਭਾਈਚਾਰਾ ਉਹ ਸਾਡੇ ਨਾਲ ਕਰਨ ਜਿਨ੍ਹਾਂ ਦੇ ਹੱਥ 'ਚ ਰਾਜ ਹੈ, ਸਾਡੇ ਹੱਥ 'ਚ ਕਾਹਦਾ ਰਾਜ? ਅਸੀਂ ਕਾਹਦਾ ਭਾਈਚਾਰਾ ਕਰ ਸਕਦੇ ਹਾਂ? ਅਸੀਂ ਜਾਂ ਤੇ ਜੀ ਹਜ਼ੂਰੀ ਕਰੀਏ, ਜਾਂ ਚੱਕਰੀ ਕਰੀਏ, ਜਾਂ ਲਾਂਗਰੀ ਬਣ ਜਾਈਏ। ਜਿੱਦਣ ਅਸੀਂ ਆਪਣਾ ਹੱਕ ਮੰਗਿਆ ਉਦੋਂ ਇਹਨਾਂ ਨੇ ਕਹਿਣਾ ਵੀ ਤੁਸੀਂ ਗਲਤ ਜੋ। ਜਿਹੜੇ ਕਾਮਰੇਡ ਨੇ ਇਹਨਾਂ ਨੂੰ ਸਪੈਸ਼ਲ ਵਾਰਨਿੰਗ ਹੈ ਵੀ ਤੁਸੀਂ ਜੇ ਬੋਲਣਾ ਹੁੰਦਾ ਤੇ ਉਦੋਂ ਬੋਲਿਆ ਕਰੋ ਜਦੋਂ ਸਿੱਖਾਂ ਨੂੰ ਕੋਈ ਬੰਗਾਰਦਾ, ਤੇ ਜੇ ਉਦੋਂ ਨਹੀਂ ਬੋਲਣ ਦੀ ਤੁਹਾਡੀ ਜ਼ਰੂਰਤ ਹੈਗੀ ਨਾ ਤੇ ਮਗਰੋਂ ਬੋਲਣ ਦੀ ਫਿਰ ਸੋਚ ਸਮਝ ਕੇ ਬੋਲਿਆ ਕਰੋ। ਜਿਹੜਾ ਉਹ ਬਲਤੇਜ ਪੰਨੂ ਵਰਗੇ ਇੱਕ ਦੋ ਪੱਤਰਕਾਰ ਨੇ ਜਿਨ੍ਹਾਂ ਦਾ ਇਹ ਪੇਸ਼ਾ ਬਣ ਗਿਆ ਵੀ ਹੁਕੂਮਤ ਦੀਆਂ ਜੁੱਤੀਆਂ ਚੱਟਣੀਆਂ ਨੇ, ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਤੁਸੀਂ ਪੰਜਾਬ ਨੂੰ ਅੱਗ ਲਾਉਣ ਵਾਲੇ ਜੋ, ਤੁਸੀਂ ਪੰਜਾਬ ਦੇ ਹੱਕਾਂ ਲਈ ਲੜ ਰਹੇ ਨੌਜਵਾਨਾਂ ਨੂੰ ਅੱਤਵਾਦੀ ਆਖਿਆ, ਤੁਸੀਂ ਹੁਕੂਮਤਾਂ ਨੂੰ ਇਹ ਦੱਸਿਆ ਵੀ ਉਹਨਾਂ ਦੀਆਂ ਲਾਸ਼ਾਂ ਨੂੰ ਕਿਵੇਂ ਟਿਕਾਣੇ ਲਾਉਣਾ ਹੈ, ਕਿਵੇਂ ਜਤਿੰਦਰ ਪੰਨੂ ਵਰਗਿਆਂ ਨੇ ਦੱਸਿਆ ਵੀ ਉਹਨਾਂ ਦੀਆਂ ਲਾਸ਼ਾਂ ਵੱਢ ਕੇ ਚੀਰ ਕੇ ਛਾਤੀਆਂ ਤੇ ਪਾਣੀ ਦੇ ਉੱਤੇ ਨਹੀਂ ਤੈਰਦੀ ਲਾਸ਼, ਕਿਵੇਂ ਤੁਸੀਂ KPS ਗੇਰ ਲੜ ਕੇ ਬੰਦਿਆਂ ਨਾਲ ਯਾਰੀਆਂ ਪਾ ਕੇ ਪੰਜਾਬ ਦਾ ਘਾਣ ਕਰਾਇਆ, ਇਹ ਸਾਰਾ ਕੁਝ ਪਤਾ। ਅੱਜ ਤੁਸੀਂ ਸਿਆਣੇ ਬਣਦੇ ਜੋ ਵੀ ਪੰਜਾਬ ਦੀ ਸ਼ਾਂਤੀ ਦੀ ਚਿੰਤਾ, ਜਿਹੜਾ ਤੁਸੀਂ ਨੌਜਵਾਨਾਂ ਦਾ ਘਾਣ ਕਰਾਇਆ, ਜਿਹੜੀ ਮੂਵਮੈਂਟ ਤੁਸੀਂ ਖਤਮ ਕੀਤੀ, ਉਹ ਤੋਂ ਬਾਅਦ ਕਿਹੜੀ ਸ਼ਾਂਤੀ ਹੈ ਪੰਜਾਬ 'ਚ? ਜੇ ਤੁਹਾਨੂੰ ਲੱਗਦਾ ਸੀ ਵੀ ਉਦਾਂ ਸ਼ਾਂਤੀ ਆਉਣੀ ਸੀ ਤੇ ਫਿਰ ਤੁਹਾਨੂੰ ਆ ਜਾਣੀ ਚਾਹੀਦੀ। ਸੋ ਜੇ ਹੁਣ ਤੱਕ ਸ਼ਾਂਤੀ ਨਹੀਂ ਆਈ, ਇਹਦਾ ਅਰਥ ਇਹ ਹੈ ਕਿ ਸ਼ਾਂਤੀ ਜਿਹੜੀ ਹੈ ਉਹ ਇਦਾਂ ਨਹੀਂ ਆਉਂਦੀ ਹੁੰਦੀ। ਮਲਬੇ ਦੇ ਢੇਰ ਤੇ ਨਾ ਸਮਝੌਤੇ ਹੁੰਦੇ ਨਾ, ਸ਼ਾਂਤੀ ਆਉਂਦੀ ਹੈ। ਤੁਹਾਨੂੰ ਇਹ ਗੱਲ ਅਸੀਂ ਬੜੀ ਵਾਰ ਕਹੀ ਹੈ ਵੀ ਜੇ ਤੁਸੀਂ ਸਿੱਖਾਂ ਦੇ ਹੱਕ 'ਚ ਨਹੀਂ ਖਲੋ ਸਕਦੇ ਤੇ ਘੱਟੋ ਘੱਟ ਮੁਖਾਲਫਤ ਨਾ ਕਰੋ। ਤੋ ਉਦਣ ਦਾ ਬਲਤੇਜ ਪੰਨੂ ਦੱਸੇ ਵੀ ਇਹਨੇ ਉਦਣ ਦਾ ਜਦੋਂ ਦੇ ਉਹ ਵੰਗਾਰ ਰਹੇ ਆ ਸਿੱਖਾਂ ਨੂੰ, ਉਦਣ ਦਾ ਕੀ ਕਾਰਵਾਈ ਕੀਤੀ ਉਹਨਾਂ ਬੰਦਿਆਂ ਦੇ ਉੱਤੇ। ਸਰਕਾਰ ਦੀਆਂ ਜੁੱਤੀਆਂ ਚੱਟਣ ਦਾ ਕੰਮ ਹੈਗਾ ਸਰਕਾਰ ਨੂੰ ਕਹਿ ਕੇ ਕਿ ਇਹ ਨਹੀਂ ਕਹਿ ਸਕਦਾ ਵੀ ਇਹਨਾਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋਊਗੀ। ਜੇ ਇੱਕ ਹਿੰਦੂ ਰਾਸ਼ਟਰ ਦਾ ਕੋਈ ਮਾਰਚ ਕਰਦਾ ਹੈ, ਉਹਦੀਆਂ ਕਿੰਨੀਆਂ ਗ੍ਰਿਫਤਾਰੀਆਂ ਹੁੰਦੀਆਂ? ਦੱਸੋ ਮੈਨੂੰ ਹਿੰਦੁਸਤਾਨ ਦੇ ਵਿੱਚ ਕਿਸੇ ਬੰਦੇ ਦੀ ਹਿੰਦੂ ਰਾਸ਼ਟਰ ਦਾ ਮਾਰਚ ਕਰਨ ਦੇ ਉੱਤੇ ਇੱਕ ਵੀ ਗ੍ਰਿਫਤਾਰੀ ਦਿਖਾ ਦਿਓ। ਜੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਤੇ ਫਿਰ ਸਿੱਖਾਂ ਦੀ ਕਾਹਦੀ ਗ੍ਰਿਫਤਾਰੀ? ਤੇ ਜੇ ਸਿੱਖਾਂ ਦੀ ਗ੍ਰਿਫਤਾਰੀ ਹੋਣੀ, ਉਹਨਾਂ ਦੀ ਨਹੀਂ ਹੋਣੀ, ਤੇ ਇਹਦਾ ਮਤਲਬ ਸਿੱਖ ਗੁਲਾਮ ਨੇ, ਦੂਜੇ ਦਰਜੇ ਦੇ ਸ਼ਹਿਰੀ ਨੇ। ਫਿਰ ਤੁਸੀਂ ਦੂਜੇ ਦਰਜੇ ਦੇ ਸ਼ਹਿਰੀਆਂ ਨੂੰ, ਗੁਲਾਮਾਂ ਨੂੰ ਤੇ ਮਾਲਕਾਂ ਦੇ ਬਰਾਬਰ ਰੱਖ ਕੇ ਤੇ ਕਿਵੇਂ ਦੋਸ਼ੀ ਬਣਾਉਂਦੇ ਨੇ? ਕਈਆਂ ਨੂੰ ਇਹ ਗੱਲਾਂ ਬਹੁਤ ਗਲਤ ਲੱਗਣੀਆਂ ਨੇ, ਕਈਆਂ ਨੂੰ ਇਹ ਲੱਗਣਾ ਵੀ ਤੁਸੀਂ ਮਤਲਬ ਨੌਜਵਾਨਾਂ ਨੂੰ ਇਹ ਕਹਿ ਰਹੇ ਜੋ, ਉਹ ਕਹਿ ਰਹੇ ਜੋ। ਨੌਜਵਾਨ ਸਾਰੀਆਂ ਜਗ੍ਹਾ ਤੇ ਠੀਕ ਨੇ। ਪ੍ਰੋਬਲਮ ਸਾਡੀ ਇਹ ਹੈ ਵੀ ਅਸੀਂ ਨੌਜਵਾਨਾਂ ਦੇ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ। ਅਸੀਂ ਨੌਜਵਾਨਾਂ ਨੂੰ ਹਰ ਪੀੜ੍ਹੀ ਨੇ ਆਪਣਾ ਇੱਕ ਸੰਘਰਸ਼ ਲੜਨਾ ਹੁੰਦਾ। ਹਰ ਪੀੜ੍ਹੀ ਆਪਣਾ ਸੰਘਰਸ਼ ਲੜਨ ਲਈ ਕਾਬਲ ਹੁੰਦੀ ਆ, ਉਹ ਆਪਣੀ ਕਿਸਮਤ ਆਪ ਲੈ ਕੇ ਪੈਦਾ ਹੁੰਦੀ ਹੈ। ਸੋ ਬਸ਼ਰਤੇ ਵੀ ਨੌਜਵਾਨਾਂ ਨੂੰ ਮਿਹਣੇ ਮਾਰਨ ਦੀ ਬਜਾਏ, ਉਹਨਾਂ ਨੂੰ ਮਾੜਾ ਚੰਗਾ ਬੋਲਣ ਦੀ ਬਜਾਏ, ਉਹਨਾਂ ਨੂੰ ਇਹ ਕਹਿਣ ਦੀ ਬਜਾਏ ਵੀ ਇਹਨਾਂ ਨੇ ਅੱਗ ਲਾਤੀ ਹੈ, ਇਹ ਵੇਖੋ ਵੀ ਨੌਜਵਾਨ ਨੇ ਕਿਹੜੀ ਦਿਸ਼ਾ 'ਚੋਂ ਲੰਘ ਕੇ ਆਏ ਹੈ। ਇਹ ਅਸੀਂ ਉਸ ਅਵਸਥਾ 'ਚੋਂ ਲੰਘ ਕੇ ਆਏ ਜਿੱਥੇ ਸਾਡਾ ਜੈਨੋਸਾਈਡ ਹੋਇਆ ਤੇ ਸਾਨੂੰ 1 ਰੁਪਏ ਦਾ ਇਨਸਾਫ ਨਹੀਂ ਮਿਲਿਆ, ਤੇ ਉਹਦੇ ਬਾਵਜੂਦ ਅਸੀਂ ਇਹ ਸਿੱਖਾਂ ਤੋਂ ਉਮੀਦ ਕਰਦੇ ਹਾਂ ਵੀ ਇਹ ਸੱਭਿਅਕ ਰਹਿਣ ਤੇ ਇਹ ਸੱਭਿਅਕ ਰਹਿ ਕੇ ਸਾਰਾ ਕੁਝ ਕਰਨ। ਸੋ ਇੰਨੀਆਂ ਕੁ ਬੇਨਤੀਆਂ, ਜਿਹੜੇ ਨੌਜਵਾਨਾਂ ਦੇ ਕੇਸ ਆ ਉਹ ਜਥੇਬੰਦੀ ਵੱਲੋਂ ਅਪੀਲ ਕੀਤੀ ਗਈ ਹੈ ਵੀ ਉਹ ਸਾਡੇ ਨਾਲ ਰਾਬਤਾ ਕਰਨ। ਮਾਨ ਸਾਹਿਬ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਰੀਸੈਂਟਲੀ, ਉਹਦੇ 'ਚ ਵੀ ਉਹਨਾਂ ਨੇ ਮੇਰੇ ਖਿਆਲ ਨਾਲ 6 ਦਿਨ ਦਾ ਅਲਟੀਮੇਟਮ ਦਿੱਤਾ ਹੈ ਸਰਕਾਰ ਨੂੰ ਵੀ 6 ਦਿਨਾਂ 'ਚ ਸਾਰੇ ਪਰਚੇ ਵਾਪਸ ਲਏ ਜਾਣ ਨੌਜਵਾਨਾਂ ਤੋਂ, ਤੇ ਉਹਨਾਂ ਦੇ ਪਰਚੇ ਕੀਤੇ ਜਾਣ ਜਿਨ੍ਹਾਂ ਨੇ ਵਾਇਲੈਂਸ ਭੜਕਾਈ ਹੈ। ਇੱਕ ਬੰਦਾ ਨਹੀਂਗਾ ਇਕੱਲਾ, ਉਹ ਕਾਫੀ ਬੰਦੇ ਸੀ ਉਹਦੇ ਨਾਲ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ। ਉਹ ਤੋਂ ਬਾਅਦ ਅਸੀਂ ਫਿਰ ਮਤਲਬ 6 ਦਿਨਾਂ 'ਚ ਨਹੀਂ ਕਰਦਾ ਤੇ ਫਿਰ ਅਸੀਂ ਡਿਸਾਈਡ ਕਰਾਂਗੇ ਵੀ ਕੀ ਕਰਨਾ ਹੈ। ਉਹ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਰਹਿਨੁਮਾਈ ਦੇ ਹੇਠ ਇਹ ਸਾਰਾ ਕੁਝ ਕੰਮ ਕੀਤਾ ਜਾਊਗਾ। ਸੋ ਇਹ ਇੰਨੀਆਂ ਕੁ ਬੇਨਤੀਆਂ ਸਨ। ਜੇ ਬੋਲਦਿਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੇ ਹਾਂ, ਖਿਮਾ ਚਾਹੁੰਦੇ ਹਾਂ। ਪਰ ਜਿਹੜੀਆਂ ਗੱਲਾਂ ਨੇ ਉਹ ਬੇਸ਼ੱਕ ਸਾਰਿਆਂ ਨੂੰ ਕੌੜੀਆਂ ਲੱਗ ਸਕਦੀਆਂ ਪਰ ਹੈ ਸੱਚੀਆਂ। ਸੋ ਅੱਜ ਸਮਝ ਲਈਏ, ਕੱਲ ਸਮਝ ਲਈਏ, ਤੇ ਇਹ ਜੀਵਨ ਇਦਾਂ ਵੀ ਲੰਘ ਸਕਦਾ ਜਿੱਦਾਂ ਆਪਾਂ ਘੇਸ ਵੱਟ ਕੇ ਬੈਠੇ ਹਾਂ। ਜਿਉ ਕੇ ਮਾਰੇ ਇਦਾਂ ਨਹੀਂ ਜਾਣਾ, ਕੋਈ ਗੱਲ ਨਹੀਂ। ਇਦਾਂ ਨਹੀਂ ਹੁੰਦਾ ਵੀ ਇਹ ਬੇਗੈਰਤ ਲੋਕ
ਉਹ ਵੀ ਜ਼ਿੰਦਗੀ ਆਪਣੀ ਪੂਰੀ ਬਤੀਤ ਕਰਕੇ ਚਲ ਜਾਂਦੇ ਨੇ। ਪਰ ਅੰਤ ਨੂੰ ਜਾ ਕੇ ਜਦੋਂ ਮਹਾਰਾਜ ਨੂੰ ਲੇਖਾ ਦੇਣਾ ਹੈ ਤੇ ਉਦੋਂ ਜਾ ਕੇ ਕੀ ਕਹੋਗੇ ਤੁਸੀਂ ਵੀ ਅਸੀਂ ਉਹਨਾਂ ਲੋਕਾਂ ਨੂੰ ਮਾੜਾ ਬੋਲਦੇ ਰਹੇ ਜਿਹੜੇ ਖਾਲਸੇ ਰਾਜ ਦੀ ਲੜਦੇ ਸੀ। ਰਾਜ ਦਾ ਹੁਕਮ ਤੇ ਪਰਮਾਤਮਾ ਦਾ ਹੁਕਮ ਹੈ, ਅਕਾਲ ਪੁਰਖ ਦਾ ਹੁਕਮ ਹੈ, ਤੇ ਤੁਸੀਂ ਉਹਨਾਂ ਲੋਕਾਂ ਦੇ ਖਿਲਾਫ ਬੋਲ ਕੇ ਤੇ ਕਿੱਡਾ ਕੁ ਤੀਰ ਮਾਰ ਰਹੇ ਜੀ। ਹਾਂਜੀ, ਇੰਨੀਆਂ ਕੁ ਬੇਨਤੀਆਂ ਸੀ। ਭੁੱਲ ਚੁੱਕ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।